ਸਮਹਾਉ ਜਿਹੜੀ ਇੰਡੀਅਨ ਗੌਰਮੈਂਟ ਆ ਉਹਨਾਂ ਨੇ ਜਿਹੜੀ ਉਹ ਬੇਸ਼ਰਮੀ ਨਾਲ ਇਹ ਕੋਸ਼ਿਸ਼ ਕਰ ਰਹੇ ਨੇ ਕਿ ਲੋਕ ਨੇ ਜਿਹੜੇ ਥੱਕ ਕੇ ਚੱਲ ਜਾਣ। ਪਰ ਮੈਨੂੰ ਪੰਜਾਬੀਆਂ ਦਾ ਪਤਾ, ਖਾਸ ਕਰਕੇ ਸਿੱਖਾਂ ਦਾ, ਵੀ ਇਹ ਥੱਕਣ ਵਾਲੇ ਅੱਕਣ ਵਾਲੇ ਨਹੀਂ। ਜਿਹੜੀ ਸ਼ਹੀਦ ਭਗਤ ਸਿੰਘ ਹੋਰਾਂ ਨੇ ਜਿਹੜਾ ਸਟਰਗਲ ਕੀਤੀ ਆ, ਸਟਰਗਲ ਅੱਜ ਵੀ ਉਹੀ ਆ। ਇਹ ਸੇਮ ਹੀ ਲੋਕ ਨੇ ਜਿਹੜੇ ਉਦੋਂ ਸ਼ਹੀਦ ਭਗਤ ਸਿੰਘ ਨੂੰ ਉਹ ਅੱਜ ਤੱਕ ਵੀ ਸ਼ਹੀਦ ਨਹੀਂ ਮੰਨਦੇ। ਜਿਹੜਾ ਮੋਦੀ ਆ ਉਹਨੇ ਆਪਣੇ ਨਾਂ 'ਤੇ ਸਟੇਡੀਅਮ ਬਣਾਉਣੇ ਸ਼ੁਰੂ ਕਰਤੇ ਨੇ, ਪਰ ਕਿਤੇ ਸ਼ਹੀਦ ਭਗਤ ਸਿੰਘ ਦਾ, ਸ਼ਹੀਦ ਊਧਮ ਸਿੰਘ ਦਾ, ਜਿਹੜੇ ਕਰਤਾਰ ਸਿੰਘ ਸਰਾਭੇ ਦਾ, ਸੁਖਦੇਵ ਦਾ, ਇਹਨਾਂ ਲੋਕਾਂ ਦੇ ਕਿਤੇ ਨਾਮੋ ਨਿਸ਼ਾਨ ਨਹੀਂ ਹੈਗੇ। ਜਿਹੜੀ ਅਮਰੀਕਾ ਦੀ ਅਤੇ ਇੰਡੀਆ ਦੀ ਜਿਹੜੀ ਸਟ੍ਰੈਟਜਿਕ ਪਾਰਟਨਰਸ਼ਿਪ ਆ, ਉਹਦਾ ਜਿਹੜਾ ਬੇਸ ਆ ਉਹ ਡੈਮੋਕ੍ਰੈਟਿਕ ਵੈਲਿਊ ਸਿਸਟਮ ਆ। ਜਿਹੜੇ ਡੈਮੋਕ੍ਰੈਟਿਕ ਵੈਲਿਊ ਸਿਸਟਮ ਦੇ ਬੇਸ 'ਤੇ ਅਸੀਂ ਜਿਹੜੀ ਆਪਣੀ ਸਟ੍ਰੈਟਜਿਕ ਪਾਰਟਨਰਸ਼ਿਪ ਕਰ ਸਕਦੇ ਹਾਂ। ਪਰ ਜੇ ਉਹ ਵੈਲਿਊਜ਼ ਮਿਸਿੰਗ ਨੇ ਇੰਡੀਆ ਵਾਲੀ ਸਾਈਡ ਤੋਂ, ਤਾਂ ਜਿਹੜੀ ਸਾਡੀ ਪਾਰਟਨਰਸ਼ਿਪ ਆ ਉਹ ਕੰਪਲੀਟ ਨਹੀਂ ਹੋਊਗੀ। ਔਰ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੈਂਕਸ਼ਨਸ ਟਾਈਪ ਜਿਹੜੀ ਸਟ੍ਰੈਟਜੀ ਆ ਉਹ US ਗੌਰਮੈਂਟ ਲੈ ਸਕਦੀ ਆ। ਕਿ ਜਦੋਂ ਸਿੱਖ ਕਾਕਸ ਬਣਾਇਆ ਅਤੇ ਉਹਦੇ ਵਿੱਚ ਨਾ ਜਿਹੜੀ ਇੰਡੀਅਨ ਗੌਰਮੈਂਟ ਸੀ ਉਹਦੇ ਵੱਲੋਂ ਬਹੁਤ ਵਿਰੋਧ ਕੀਤਾ ਗਿਆ, ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਕਿ ਬੰਦੇ ਸਿੱਖ ਨੇ ਜਿਹੜੇ ਇਹ ਖਾਲਿਸਤਾਨੀ ਨੇ, ਇਹਨਾਂ ਦਾ ਸਿੱਖ ਕਾਕਸ ਦੀ ਲੋੜ ਨਹੀਂ ਗਈ। ਔਰ ਉਹਦੇ ਵਿੱਚ ਇਹ ਆ ਕਿ ਜਿਹੜੀ ਇੰਡੀਅਨ ਗੌਰਮੈਂਟ ਆ ਉਹਨਾਂ ਨੇ ਕਦੇ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖਾਂ ਦਾ ਜਿਹੜਾ ਅਕਸ ਆ ਉਹਨੂੰ ਚੰਗਾ ਤਾਂ ਉਹਨੂੰ ਮਾੜਾ ਕਰਨ ਦੀ ਕੋਸ਼ਿਸ਼ ਕੀਤੀ ਵੱਧ ਤੋਂ ਵੱਧ। ਪ੍ਰੋਗਰਾਮ ਮੇਰਾ ਅਮਰੀਕਾ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਮਨਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਸਾਰੇ ਦੇਖ ਰਹੇ ਹੋ ਕਿ ਅੱਜ ਅਸੀਂ ਆਊਟਡੋਰ ਸ਼ੂਟ ਕਰ ਰਹੇ ਹਾਂ ਕਿਉਂਕਿ ਟੈਂਪਰੇਚਰਸ ਜਿਹੜੇ ਨੇ ਉਹ 61 ਡਿਗਰੀਜ਼ ਫੈਰਨਹਾਈਟ ਨੇ। ਸੋ ਜਦੋਂ ਇਹੋ ਜਿਹਾ ਟੈਂਪਰੇਚਰ ਕਦੀ ਵੀ ਟਰਾਈ ਸਟੇਟ ਏਰੀਆ 'ਚ ਹੁੰਦਾ ਆ, ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਆਊਟਡੋਰ ਵਧੀਆ ਲੋਕੇਸ਼ਨਸ ਦੇ ਉੱਤੇ ਜਾ ਕੇ ਸ਼ੂਟ ਕਰੀਏ। ਸੋ ਅੱਜ ਐਪੀਸੋਡ ਵੀ ਖਾਸ ਹੈ ਔਰ ਲੋਕੇਸ਼ਨ ਵੀ ਸਾਡੀ ਖਾਸ ਹੈ, ਔਰ ਖਾਸ ਇਸ ਕਰਕੇ ਕਿਉਂਕਿ ਕਈ ਇੰਪੋਰਟੈਂਟ ਔਰ ਅਹਿਮ ਮੁੱਦਿਆਂ ਨੂੰ ਅਸੀਂ ਅੱਜ ਟੱਚ ਕਰਾਂਗੇ। ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਗੱਲ ਕਿਸਾਨ ਮੋਰਚੇ ਦੀ, ਜਿਹੜੀ ਕਿ ਅਸੀਂ ਲੰਮੇ ਸਮੇਂ ਤੋਂ, ਜਦ ਤੋਂ ਇਹ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਕਰਦੇ ਆ ਰਹੇ ਹਾਂ। ਕੀ ਹਲਚਲ ਹੋ ਰਹੀ ਹੈ, ਕਿਸ ਤਰ੍ਹਾਂ ਦਾ ਹੁਣ ਫਿਊਚਰ ਰਹੇਗਾ ਕਿਸਾਨ ਮੋਰਚੇ ਦਾ, ਇਹਦੇ ਬਾਰੇ ਜਾਣਾਂਗੇ। ਇਸ ਦੇ ਨਾਲ ਇੱਕ ਇੰਪੋਰਟੈਂਟ ਡਿਸਕਸ਼ਨ ਜਿਹੜੀ ਕਿ ਸਾਨੂੰ ਯਾਦਵਿੰਦਰ ਸਿੰਘ ਹੋਣੀ ਉਹਦੇ ਬਾਰੇ ਚਾਨਣਾ ਪਾਉਣਗੇ, ਉਹ ਹੈ ਸਿੱਖ ਕਾਕਸ ਬਾਰੇ। ਕੁਝ ਹਲਚਲ ਸਿੱਖ ਕਾਕਸ ਦੇ ਰਿਲੇਟਡ ਵੀ ਹੋਈ, ਉਹ ਵੀ ਜਾਣਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਯਾਦਵਿੰਦਰ ਜੀ ਦਾ। ਸਤਿ ਸ਼੍ਰੀ ਅਕਾਲ ਯਾਦਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਜਿਵੇਂ ਤੁਸੀਂ ਦੱਸਿਆ ਹੀ ਆ ਕਿ ਜਿਹੜਾ ਸਿੱਖ ਸਿੰਘ ਆਪਣਾ ਕਿਸਾਨ ਮੋਰਚਾ ਹੈ ਜਿਹੜਾ, ਉਹਦਾ ਅੱਜ ਕੱਲ੍ਹ ਉਹਦੇ ਉੱਤੇ ਵੀ ਕਾਫੀ ਕੁਐਸਚਨ ਉੱਠ ਰਹੇ ਨੇ। ਸੋ ਮੇਰਾ ਤੁਹਾਨੂੰ ਸਭ ਤੋਂ ਪਹਿਲਾਂ ਸਵਾਲ ਇਹ ਰਹੇਗਾ ਵੀ ਕਿਸਾਨ ਜਿਹੜੇ ਨੇ ਉਹ ਇੰਨੇ ਕੁ ਟਾਈਮ ਤੋਂ ਹੁਣ ਕਾਫੀ ਚਿਰ ਹੋ ਚੁੱਕਿਆ ਹੈ, ਦੇ ਆਰ ਔਨ ਦ ਸਟਰੀਟਸ, ਔਨ ਦ ਰੋਡਸ ਆਫ, ਬਾਰਡਰਾਂ 'ਤੇ ਬੈਠੇ ਹੋਏ ਨੇ, ਬਜ਼ੁਰਗ ਬੈਠੇ ਹੋਏ ਨੇ, ਔਰ ਕਈ ਵਾਰੀ ਮਾਤਾਵਾਂ ਵੀ ਜਿਹੜੀਆਂ ਨੇ ਉਹ ਹਿੱਸਾ ਇਹਦੇ ਵਿੱਚ ਪੂਰਾ ਵੱਧ ਚੜ੍ਹ ਕੇ ਲੈ ਰਹੀਆਂ ਨੇ। ਪਰ ਜਿਹੜਾ ਮੀਡੀਆ ਹੈ ਨਾ, ਉਹ ਇਸ ਤਰ੍ਹਾਂ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਲੈ ਕੇ ਆਉਂਦਾ ਵੀ ਮੋਰਚਾ ਖਤਮ ਹੋ ਗਿਆ, ਇਸ ਦੀ ਹੁਣ ਕੋਈ ਰੈਲੇਵੈਂਸ ਨਹੀਂ ਰਹੀ, ਕਿਸਾਨ ਤਾਂ ਉੱਥੇ ਬੈਠੇ ਹੀ ਨਹੀਂ, ਇਹ ਤਾਂ ਵੈਸੇ ਹੀ ਕੋਈ ਲੋਕ ਬੈਠੇ ਨੇ ਜਿਹੜੇ ਆਪਣਾ ਟਾਈਮ ਪਾਸ ਕਰ ਰਹੇ ਨੇ। ਜਾਂ ਫਿਰ ਇਹੋ ਜਿਹੀਆਂ ਖਬਰਾਂ ਕਿ ਇਸ ਮੋਰਚੇ ਦੇ ਉੱਤੇ ਹੁਣ ਟਾਈਮ ਵੇਸਟ ਕੀਤਾ ਜਾ ਰਿਹਾ ਜਾਂ ਇਸ ਅੰਦੋਲਨ ਨੂੰ ਹੁਣ ਇੱਕ ਤਰੀਕੇ ਦਾ ਡਰੈਗ ਕੀਤਾ ਜਾ ਰਿਹਾ ਕਿਉਂਕਿ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਆਪਣਾ ਫੈਸਲਾ ਲੈ ਚੁੱਕੀ ਹੈ ਔਰ ਇਸ ਦਾ ਅੱਗੇ ਕੋਈ ਫਿਊਚਰ ਨਹੀਂ ਦਿਸਦਾ। ਇਹ ਸਭ ਤੋਂ ਵੱਡਾ ਕਨਫਿਊਜ਼ਨ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ ਹੈ। ਸੋ ਇਸ ਦੇ ਬਾਰੇ ਸਾਨੂੰ ਸਭ ਤੋਂ ਪਹਿਲਾਂ ਦੱਸੋ। ਹਾਂਜੀ, ਦੇਖੋ ਜਿਹੜਾ ਇਹ ਜਿਵੇਂ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਜਿਹੜੀ ਇੰਡੀਆ ਗੌਰਮੈਂਟ ਦੀ ਸਟ੍ਰੈਟਜੀ ਆ ਮੋਰਚੇ ਸੰਬੰਧੀ, ਉਹ ਉਹਨਾਂ ਨੂੰ ਡਰੈਗ ਕਰਨ ਦੀ ਆ ਕਿ ਥੱਕ ਜਾਣ, ਹਾਰ ਜਾਣ ਔਰ ਘਰਾਂ ਨੂੰ ਚੱਲ ਜਾਣ। ਔਰ ਉਹਦੇ ਵਿੱਚ ਉਹਨਾਂ ਨੇ, ਮੈਂ ਸਮਝਦਾ ਕਿ ਇੱਕ ਬੇਸ਼ਰਮੀ ਦੀ ਕੋਈ ਹੱਦ ਉਹਨਾਂ ਨੇ ਨਹੀਂ ਛੱਡੀ ਕਿ ਉਹ ਹਰ ਤਰੀਕਾ ਵਰਤ ਰਹੇ ਨੇ ਇਗਨੋਰ ਕਰਨ ਦਾ। ਪਹਿਲਾਂ ਉਹਨਾਂ ਨੇ ਇੰਗੇਜ ਕੀਤਾ ਆ, ਉਹਦੇ ਵਿੱਚ ਉਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ। ਸੋ ਮੈਂ ਸਮਝਦਾ ਆ ਕਿ ਜਿਹੜੇ ਫਾਰਮਰ ਲੀਡਰ ਨੇ ਉਹਨਾਂ ਨੇ ਬੜੀ ਬਖੂਬੀ ਜਿਹੜੀਆਂ ਉਹਨਾਂ ਦੀਆਂ ਹਰ ਉਹ ਚਾਲਾਂ ਸੀਗੀਆਂ ਉਹ ਨਾਕਾਮਯਾਬ ਕੀਤੀਆਂ ਨੇ। ਹੁਣ ਜਿਹੜੀ ਉਹਨਾਂ ਦੀ ਸਟ੍ਰੈਟਜੀ ਆ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਨੇ ਟੋਟਲੀ ਡਿਸਇੰਗੇਜ ਕਰ ਲਿਆ ਆਪਣੇ ਆਪ ਨੂੰ ਕਿਸਾਨ ਮੋਰਚੇ ਨਾਲੋਂ। ਇਹ ਸਾਬਤ ਕਰਨ ਲਈ ਕਿ ਸਾਡੇ ਵਾਸਤੇ ਤੁਸੀਂ ਐਗਜ਼ਿਸਟ ਹੀ ਨਹੀਂ ਕਰਦੇ, ਸਾਡੇ ਵਾਸਤੇ ਕੋਈ ਤੁਸੀਂ ਮੈਂ ਨਹੀਂ ਰੱਖਦੇ। ਹੁਣ ਦੇਖੋ ਅੱਜ ਵੀ ਸਿੰਘੂ ਬਾਰਡਰ 'ਤੇ, ਗਾਜੀਪੁਰ ਬਾਰਡਰ 'ਤੇ, ਜਿਹੜਾ ਟਿਕਰੀ ਬਾਰਡਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਉੱਥੇ ਖੁੱਲ੍ਹੀ ਛੱਤ ਦੇ ਥੱਲੇ ਬੈਠੇ ਨੇ। ਪਰ ਇਹ ਬੇਸ਼ਰਮੀ ਆ ਉਸ ਸਰਕਾਰ ਦੀ ਕਿ ਉਹ ਇਹ ਸਮਝਦੀ ਆ ਕਿ ਇਹ
ਐਗਜ਼ਿਸਟ ਨਹੀਂ ਕਰਦੇ, ਇਹ ਕੋਈ ਇਹਨਾਂ ਦੀ ਕੋਈ ਐਂਟੀਟੀ ਨਹੀਂ ਹੈਗੀ। ਬੇਸ਼ੱਕ ਕਿਸਾਨ ਲੀਡਰ ਨੇ ਜਿਹੜੇ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੀ ਸਰਕਾਰ ਦੀ ਅਟੈਂਸ਼ਨ ਜਾਂ ਦੁਨੀਆ ਦੀ ਅਟੈਂਸ਼ਨ ਹੈ ਜਿਹੜੀ ਉਹ ਵਾਪਸ ਮੋਰਚੇ 'ਤੇ ਲਿਆਂਦੀ ਜਾਵੇ। ਇਸੇ ਸੰਬੰਧ 'ਚ ਉਹ ਪੱਛਮੀ ਬੰਗਾਲ ਵਿੱਚ ਵੀ ਗਏ ਹੋਏ ਨੇ, ਜਿੱਥੇ ਜਾ ਕੇ ਉਹ ਕੰਪੇਨ ਕਰ ਰਹੇ ਨੇ। ਫਿਰ ਉਹਨਾਂ ਨੇ ਹੁਣ ਕੁਝ ਪ੍ਰੋਗਰਾਮ ਵੀ ਨਵੇਂ ਦਿੱਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਕਿ ਜਿਹੜਾ ਖਾਸ ਕਰਕੇ ਯੂਥ ਆ, ਜਿਹੜਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਡਿਸਇੰਗੇਜ ਹੋ ਗਿਆ ਆ, ਉਹਨੂੰ ਦੁਬਾਰੇ ਇੰਗੇਜ ਕਰਨ ਲਈ। ਸੋ ਬਹੁਤ ਸਾਰੀਆਂ ਇਸ ਕਿਸਮ ਦੀਆਂ ਉਹਨਾਂ ਨੇ ਐਫਰਟਸ ਦਿੱਤੀਆਂ ਨੇ। 26 ਤਰੀਕ ਨੂੰ ਜਿਵੇਂ ਉਹਨਾਂ ਨੇ ਇੰਡੀਆ ਬੰਦ ਦਾ ਸੱਦਾ ਦਿੱਤਾ ਹੋਇਆ। ਸੋ ਇਹ ਸਾਰਾ ਕੁਝ ਉਹ ਕਿਸਾਨਾਂ ਵਾਸਤੇ ਵੀ, ਜਿਹੜੀ ਕਿਸਾਨ ਲੀਡਰ ਨੇ ਉਹਨਾਂ ਵਾਸਤੇ ਵੀ ਇੱਕ ਚੈਲੰਜ ਤਾਂ ਹੈਗਾ ਹੀ ਆ ਕਿ ਜਦੋਂ ਕੋਈ ਮੂਵਮੈਂਟ ਇੰਨੀ ਲੰਮੀ ਚੱਲ ਜਾਂਦੀ ਆ, ਉਹਦੀ ਜਿਹੜੀ ਰੈਲੇਵੈਂਸ ਬਣਾ ਕੇ ਰੱਖਣੀ। ਰੈਲੇਵੈਂਸ ਤਾਂ ਓਬਵੀਅਸਲੀ ਹੈ, ਜਿੰਨਾ ਚਿਰ ਜਿਹੜੇ ਇਹ 3 ਕਾਨੂੰਨ ਨੇ ਉਹ ਵਾਪਸ ਨਹੀਂ ਹੁੰਦੇ, ਔਰ ਜਿਹੜਾ MSP ਦੇ ਬਾਰੇ ਕੋਈ ਕਾਨੂੰਨ ਨਹੀਂ ਬਣਦਾ, ਜਿਹੜੀਆਂ ਉਹਨਾਂ ਦੀਆਂ ਬੇਸਿਕ ਮੰਗਾਂ ਨੇ ਉਹਨਾਂ 'ਤੇ ਤਾਂ ਕੋਈ ਰਿਜ਼ੋਲਵ ਨਹੀਂ ਹੋਇਆ ਨਾ, ਉਹ ਤਾਂ ਉਹ ਜਿਉਂਦੀਆਂ ਤਿਉਂ ਨੇ। ਪਰ ਸਮਹਾਉ ਜਿਹੜੀ ਇੰਡੀਅਨ ਗੌਰਮੈਂਟ ਆ, ਜਿਹੜੀ ਮੋਦੀ ਗੌਰਮੈਂਟ ਆ, ਉਹਨਾਂ ਨੇ ਜਿਹੜੀ ਉਹ ਬੇਸ਼ਰਮੀ ਨਾਲ ਇਹ ਕੋਸ਼ਿਸ਼ ਕਰ ਰਹੇ ਨੇ ਕਿ ਲੋਕ ਨੇ ਜਿਹੜੇ ਥੱਕ ਕੇ ਚੱਲ ਜਾਣ। ਪਰ ਮੈਨੂੰ ਪੰਜਾਬੀਆਂ ਦਾ ਪਤਾ, ਖਾਸ ਕਰਕੇ ਸਿੱਖਾਂ ਦਾ, ਵੀ ਇਹ ਥੱਕਣ ਵਾਲੇ ਅੱਕਣ ਵਾਲੇ ਨਹੀਂ। ਇਹ ਹਰ ਜਿਹੜੀ ਕੋਈ ਨੈਗੇਟਿਵ ਗੱਲ ਆ, ਜਿੰਨੀ ਉਹਨਾਂ ਦੀ ਬੇਸ਼ਰਮੀ ਆ, ਉਹਦੇ ਵਿੱਚੋਂ ਵੀ ਕੁਛ ਨਾ ਕੁਛ ਪੋਜ਼ੀਟਿਵ ਲੈ ਕੇ ਤੇ ਇਹਨਾਂ ਨੂੰ ਮੋਟੀਵੇਟ ਕਰਦੀ ਰਹੂਗੀ ਆਉਣ ਵਾਲੇ ਸਮੇਂ 'ਚ। ਐਂਡ ਦੇ ਵਿਲ ਫਾਈਟ ਟੂ ਦ ਐਂਡ। ਤੁਸੀਂ ਇੰਡੀਅਨ ਗਵਰਨਮੈਂਟ ਦੇ ਬਾਰੇ ਗੱਲ ਕੀਤੀ, ਜ਼ਿਕਰ ਕੀਤਾ ਕਿ ਉਹ ਟਸ ਤੋਂ ਮਸ ਨਹੀਂ ਹੋ ਰਹੇ, ਬੇਸ਼ਰਮੀ ਦੀ ਗੱਲ ਕੀਤੀ। ਹਾਲਾਂਕਿ ਇੰਟਰਨੈਸ਼ਨਲ ਮੀਡੀਆ ਨੇ, ਭਾਵੇਂ ਉਹ ਵਾਸ਼ਿੰਗਟਨ ਪੋਸਟ ਹੈ, ਨਿਊਯਾਰਕ ਟਾਈਮਜ਼ ਹੈ, BBC ਨਿਊਜ਼ ਹੈ, ਔਰ ਹੁਣ CNN ਨੇ ਵੀ ਇਸ ਨੂੰ ਕਵਰ ਕੀਤਾ, ਔਰ ਇਸ ਨੂੰ ਪੂਰੀ ਦੁਨੀਆ ਦੇ ਵਿੱਚ, ਔਰ ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ ਵੀ ਇਸ ਨੂੰ, ਕਦੀ ਰਿਹਾਨਾ ਦੀ ਗੱਲ ਹੋਈ ਸੀਗੀ, ਟਵੀਟ ਕੀਤਾ, ਮੀਨਾ ਹੈਰਿਸ ਨੇ ਇਹਨੂੰ ਟਵੀਟ ਕੀਤਾ, ਔਰ ਇਸ ਦੇ ਨਾਲ ਨਾਲ ਜਿਹੜੀ ਤੁਹਾਡੇ ਆਪਣੇ ਲਿਲੀ ਸਿੰਘ ਹੈ, ਉਹਨੇ ਵੀ ਇਸ ਦੇ ਬਾਰੇ ਗੱਲ ਕੀਤੀ ਔਰ ਪੂਰੀ ਖੁੱਲ੍ਹ ਕੇ ਚਰਚਾ ਕੀਤੀ। ਉਸ ਤੋਂ ਬਾਅਦ ਵੀ ਅੱਜ ਵੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਸੁਣ ਨਹੀਂ ਰਿਹਾ। ਇੱਦਾਂ ਲੱਗਦਾ ਕਿ ਉਹਨਾਂ ਨੂੰ ਕੋਈ ਨਹੀਂ ਸੁਣ ਰਿਹਾ। ਐਟਲੀਸਟ ਭਾਰਤ ਸਰਕਾਰ ਤਾਂ ਬਿਲਕੁਲ ਹੀ ਨਹੀਂ ਸੁਣ ਰਹੀ, ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕਰ ਰਹੇ ਹੋ। ਪਰ ਉਹ ਬੇਸ਼ਰਮੀ ਦੀ ਗੱਲ ਇਹ ਹੈ ਕਿ ਆਫਟਰ ਆਲ ਇਸ ਤੋਂ ਬਾਅਦ ਵਾਟ ਨੈਕਸਟ? ਤੁਸੀਂ ਕਿਹਾ ਕਿ ਇੱਕ ਬੰਦ ਦੀ ਗੱਲ ਕੀਤੀ ਹੈ ਨਾ, ਉਹ ਸ਼ਹੀਦ ਭਗਤ ਸਿੰਘ ਹੋਣਾ ਦੇ ਜਿਹੜੇ ਸ਼ਹੀਦੀ ਵਾਲੇ ਦਿਨ ਬੰਦ ਕੀਤਾ ਜਾ ਰਿਹਾ, ਰਾਈਟ? ਸੋ ਉਸ ਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਅੱਗੇ ਦੱਸੋ। ਦੇਖੋ, ਜਿਹੜੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਦੀ ਕਿ 23 ਤਰੀਕ ਨੂੰ ਉਹਨਾਂ ਦਾ ਦਿਨ ਹੈਗਾ ਆ, ਉਸ ਦਿਨ ਉਹਨਾਂ ਨੇ ਯੂਥ ਨੂੰ ਇਨਵਾਈਟ ਕੀਤਾ ਆ ਕਿ ਤੁਸੀਂ ਆ ਕੇ ਤੇ ਇਸ ਦਾ ਪਾਰਟ ਬਣੋ। ਖਟਕੜ ਕਲਾਂ ਜਿਹੜਾ ਕਿ ਉਹਨਾਂ ਦਾ ਪਿੰਡ ਆ, ਉੱਥੇ ਵੱਡਾ ਇਕੱਠ ਹੋਵੇਗਾ। ਫਿਰ ਜਿੰਨੇ ਵੀ ਮੋਰਚਾ ਜਿੱਥੇ ਲੱਗਾ ਆ, ਉੱਥੇ ਵੱਡੇ ਇਕੱਠ ਹੋਣਗੇ। ਸੋ ਉਹਨਾਂ ਨੇ ਜਿਹੜੀ ਨੌਜਵਾਨੀ ਆ ਉਹਨੂੰ ਦੁਬਾਰੇ ਇੰਗੇਜ ਕਰਨ ਲਈ, ਇਕੱਠੇ ਕਰਨ ਲਈ ਉਹਨਾਂ ਨੇ ਇਹ ਪ੍ਰੋਗਰਾਮ ਦਿੱਤਾ ਆ। ਔਰ ਦੇਖੋ, ਜਿਹੜੀ ਸਿਚੁਏਸ਼ਨ ਆ, ਜਿਹੜੀ ਸ਼ਹੀਦ ਭਗਤ ਸਿੰਘ ਹੋਰਾਂ ਨੇ ਜਿਹੜਾ ਸਟਰਗਲ ਕੀਤੀ ਆ, ਸਟਰਗਲ ਅੱਜ ਵੀ ਉਹੀ ਆ ਨਾ। ਇਹ ਸੇਮ ਹੀ ਲੋਕ ਨੇ ਜਿਹੜੇ ਉਦੋਂ ਸ਼ਹੀਦ ਭਗਤ ਸਿੰਘ ਨੂੰ ਉਹ ਅੱਜ ਤੱਕ ਵੀ ਸ਼ਹੀਦ ਨਹੀਂ ਮੰਨਦੇ। ਉੱਦਾਂ ਇਹ ਤਾਂ ਸਿੱਖ ਜਾਂ ਪੰਜਾਬੀ ਸ਼ਹੀਦ ਮੰਨਦੇ ਨੇ। ਜੇ ਤੁਸੀਂ ਦਿੱਲੀ ਜਾਓ, ਦਿੱਲੀ ਦੀ ਅਜੇ ਤੱਕ ਪਾਰਲੀਮੈਂਟ ਦੇ ਵਿੱਚ ਜਾਂ ਕਿਸੇ ਵੀ ਮੇਜਰ ਥਾਂ ਦੇ ਉੱਤੇ ਗਾਂਧੀ ਦੇ ਬੁੱਤ ਮਿਲ ਜਾਣਗੇ। ਹੁਣ ਜਿਹੜਾ ਮੋਦੀ ਆ, ਉਹਨੇ ਆਪਣੇ ਨਾਂ 'ਤੇ ਸਟੇਡੀਅਮ ਬਣਾਉਣੇ ਸ਼ੁਰੂ ਕਰਤੇ ਨੇ, ਪਰ ਕਿਤੇ ਸ਼ਹੀਦ ਭਗਤ ਸਿੰਘ ਦਾ, ਸ਼ਹੀਦ ਊਧਮ ਸਿੰਘ ਦਾ, ਜਿਹੜੇ ਕਰਤਾਰ ਸਿੰਘ ਸਰਾਭੇ ਦਾ, ਸੁਖਦੇਵ ਦਾ, ਇਹਨਾਂ ਲੋਕਾਂ ਦੇ ਕਿਤੇ ਨਾਮੋ ਨਿਸ਼ਾਨ ਨਹੀਂ ਹੈਗੇ। ਕਿਉਂਕਿ ਐਕਚੁਅਲੀ ਜਿਹੜਾ ਸੈਟਅਪ ਆ ਇੰਡੀਆ ਗੌਰਮੈਂਟ ਦਾ, ਜਿਹੜੇ ਲੋਕ ਨੇ ਪਾਵਰ ਦੇ ਵਿੱਚ, ਜਿਹੜੇ ਈਵਨ 47 'ਚ ਜਿਹਨਾਂ ਨੂੰ ਪਾਵਰ ਟਰਾਂਸਫਰ ਕੀਤੀ ਗਈ ਆ, ਉਹ ਲੋਕ ਵੀ ਉਹ ਸੇਮ ਹੀ ਮਾਈਂਡ ਸੈੱਟ ਦੇ ਨੇ ਜਿਹੜੇ ਬ੍ਰਿਟਿਸ਼ ਸੀਗੇ। ਸੋ ਇਹ ਉਹਨਾਂ ਦੀ ਟਰਾਂਸਫਰ ਆਫ ਪਾਵਰ ਆ, ਉਹਨਾਂ ਨੂੰ ਉਹ ਆਪਦੀ ਲੈਗੇਸੀ ਦੇ ਗਏ ਨੇ। ਇਹ ਜਿਹੜੇ ਸ਼ਹੀਦ ਨੇ, ਇਹ ਲੋਕਾਂ ਦੇ ਸ਼ਹੀਦ ਨੇ। ਜਿਹੜੀ ਇਹ ਕਲਾਸ ਆ, ਜਿਹੜੀ ਕਿ ਇੰਡੀਆ ਨੂੰ ਰੂਲ ਕਰ ਰਹੀ ਆ, ਉਹਨਾਂ ਦੇ ਉਹ ਸ਼ਹੀਦ ਨਹੀਂ ਹੈਗੇ। ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਕਿ ਜਿਹੜਾ ਕਿਸਾਨ ਸੰਘਰਸ਼ ਆ, ਕਿਉਂਕਿ ਹੁਣ ਵਰਲਡ ਵਾਈਡ ਨੋਨ ਹੋ ਗਿਆ ਆ, ਇਹਦੇ ਉੱਤੇ ਇੰਟੈਂਸ਼ਨ ਸਾਰੀ ਦੁਨੀਆ ਦੀ ਆ। ਉਹਦੀ ਐਗਜ਼ਾਮਪਲ ਇਹ ਆ ਕਿ ਪਿਛਲੇ ਦਿਨੀ ਜਿਹੜੇ US ਸੈਨੇਟਰ ਨੇ, 2 ਬੜੇ ਇੰਪੋਰਟੈਂਟ ਸੈਨੇਟਰ ਨੇ, ਇੱਕ ਮੈਜੋਰਿਟੀ ਦੇ ਜਿਹੜੇ ਹੈਗੇ ਨੇ ਲੀਡਰ ਨੇ, ਮਿਸਟਰ ਚੱਕ ਸ਼ੂਮਰ ਨਿਊਯਾਰਕ ਤੋਂ, ਉਹਨਾਂ ਨੇ, ਔਰ ਇੱਕ ਜਿਹੜੀ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਨੇ ਮਿਸਟਰ ਬੌਬ ਮਨੈਂਡੇਜ਼ ਨਿਊ ਜਰਸੀ ਤੋਂ, ਉਹਨਾਂ ਨੇ ਬੜਾ ਸਟਰੋਂਗ ਲੈਟਰ ਜਿਹੜਾ ਆ ਉਹ ਲਿਖਿਆ ਆ। ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਔਰ ਜਿਹੜੇ ਸਾਡੇ ਰੱਖਿਆ ਮੰਤਰੀ ਨੇ, ਜਿਹੜੇ ਦੋਵੇਂ ਹੁਣ ਇੰਡੀਆ ਨੂੰ ਵਿਜ਼ਿਟ ਕਰ ਰਹੇ ਨੇ। ਸੋ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਜਦੋਂ ਤੁਸੀਂ ਇੰਡੀਆ ਗੌਰਮੈਂਟ ਦੇ ਨਾਲ ਗੱਲਬਾਤ ਕਰਨੀ ਆ, ਤਾਂ ਤੁਸੀਂ ਮੇਕ ਸ਼ੋਰ ਕਰਨਾ ਆ ਕਿ ਤੁਸੀਂ ਜਿਹੜੀ ਕਿਸਾਨ ਮੁੱਦੇ ਨੇ ਜਾਂ ਜਾਣੀ ਕਿਸਾਨਾਂ ਦੇ ਉੱਤੇ ਜਿਹੜਾ ਧੱਕਾ ਹੋ ਰਿਹਾ ਆ, ਤੁਸੀਂ ਉਹਦੀ ਗੱਲ ਜ਼ਰੂਰ ਇੰਡੀਆ ਗੌਰਮੈਂਟ ਨਾਲ ਕਰਨੀ ਆ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਰਾਈਟ ਆ ਟੂ ਪ੍ਰੋਟੈਸਟ, ਉਹ ਕੀਤਾ ਜਾਵੇ। ਔਰ ਜਿਹੜੇ ਉਹਨਾਂ ਦੇ ਮਸਲੇ ਨੇ 3 ਬਿੱਲਾਂ ਵਾਲੇ ਔਰ MSP ਵਾਲੇ, ਜਿਹੜੇ ਵੀ ਉਹਨਾਂ ਦੇ ਮਸਲੇ ਨੇ, ਉਹਨਾਂ ਦੇ ਉੱਤੇ ਹਮਦਰਦੀ ਨਾਲ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਆ ਲਓ ਜਾਂ ਉਹਨਾਂ 'ਤੇ ਗੌਰ ਕਰੋ। ਅਦਰਵਾਈਜ਼ ਉਹਨਾਂ ਨੇ ਇਹ ਗੱਲ ਮੈਂਸ਼ਨ ਕੀਤੀ ਹੈ ਕਿ ਜਿਹੜੀ ਅਮਰੀਕਾ ਦੀ ਅਤੇ ਇੰਡੀਆ ਦੀ ਜਿਹੜੀ ਸਟ੍ਰੈਟਜਿਕ ਪਾਰਟਨਰਸ਼ਿਪ ਆ, ਉਹਦਾ ਜਿਹੜਾ ਬੇਸ ਆ ਉਹ ਡੈਮੋਕ੍ਰੈਟਿਕ ਵੈਲਿਊ ਸਿਸਟਮ ਆ। ਜਿਹੜੇ ਡੈਮੋਕ੍ਰੈਟਿਕ ਵੈਲਿਊ ਸਿਸਟਮ ਦੇ ਬੇਸ 'ਤੇ ਅਸੀਂ ਜਿਹੜੀ ਆਪਣੀ ਸਟ੍ਰੈਟਜਿਕ ਪਾਰਟਨਰਸ਼ਿਪ ਕਰ ਸਕਦੇ ਹਾਂ। ਪਰ ਜੇ ਉਹ ਵੈਲਿਊਜ਼ ਮਿਸਿੰਗ ਨੇ
ਇੰਡੀਆ ਵਾਲੀ ਸਾਈਡ ਤੋਂ, ਤਾਂ ਜਿਹੜੀ ਸਾਡੀ ਪਾਰਟਨਰਸ਼ਿਪ ਆ ਉਹ ਕੰਪਲੀਟ ਨਹੀਂ ਹੋਊਗੀ, ਔਰ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੈਂਕਸ਼ਨਸ ਟਾਈਪ ਜਿਹੜੀ ਸਟ੍ਰੈਟਜੀ ਆ ਉਹ US ਗਵਰਨਮੈਂਟ ਲੈ ਸਕਦੀ ਆ। ਸੋ ਇਟਸ ਅ ਵੈਰੀ ਸੀਰੀਅਸ ਲੈਟਰ, ਔਰ ਇਟਸ ਫਰਮ ਵੈਰੀ ਪਾਵਰਫੁਲ ਜਿਹੜੇ ਸੈਨੇਟਰ ਨੇ। ਇੱਕ ਤਾਂ ਲੀਡਰ ਹੈ ਸੈਨੇਟ ਦਾ ਜਿਹੜਾ ਕਿ ਮੈਜੋਰਿਟੀ ਆ, ਹੁਣ ਹੀ ਇਜ਼ ਅ ਲੀਡਰ ਆਫ ਮੈਜੋਰਿਟੀ ਸੈਨੇਟ, ਐਂਡ ਵਨ ਇਜ਼ ਦ ਫੋਰਨ ਰਿਲੇਸ਼ਨ ਕਮੇਟੀ, ਜਿਹੜੀ ਕਿ ਜਿੰਨੇ ਵੀ ਇੰਡੀਆ ਨਾਲ ਖਾਸ ਕਰਕੇ ਜਿਹੜੇ ਰੱਖਿਆ ਦੇ ਮੁਆਹਦੇ ਹੋਣੇ ਨੇ ਜਾਂ ਕੋਈ ਰੱਖਿਆ ਦੀ ਜਿਹੜੀ ਟੈਕਨੋਲੋਜੀ ਟਰਾਂਸਫਰ ਹੋਣੀ ਆ, it has to go through his committee। ਸੋ ਜਿੰਨਾ ਚਿਰ ਉਹ ਓਕੇ ਨਹੀਂ ਕਰਦੇ, ਔਰ ਉਹਨਾਂ ਨੇ ਉਹਦੇ ਉੱਤੇ ਪਹਿਲਾਂ ਇੰਡੀਆ ਗਵਰਨਮੈਂਟ ਨੂੰ ਇਹਦੇ ਉੱਤੇ ਉਹਨਾਂ ਨੇ ਜਵਾਬ ਤਲਬ ਕੀਤੀ ਆ ਪਹਿਲਾਂ ਵੀ। ਸੋ ਇਟਸ ਅ ਵੈਰੀ ਇੰਪੋਰਟੈਂਟ ਸਟ੍ਰੈਟਜਿਕ ਮੂਵ ਫਰੋਮ US ਸੈਨੇਟ, ਔਰ ਮੈਂ ਸਮਝਦਾ ਕਿ ਜਿਹੜਾ ਪੰਜਾਬੀ ਡਾਇਸਪੋਰਾ ਆ ਇਹ ਉਹਦੀ ਆਵਾਜ਼ ਆ। ਇਹ ਉਹਨਾਂ ਨੇ ਜਿਹੜਾ ਇੱਥੇ ਕੰਮ ਕੀਤਾ ਹੈ ਪਿਛਲੇ ਸਮੇਂ ਦੇ ਵਿੱਚ, ਇੱਥੋਂ ਦੇ ਗੌਰਮੈਂਟਸ ਨਾਲ, ਇੱਥੋਂ ਦੇ ਅਫੀਸ਼ੀਅਲਸ ਨਾਲ, ਇੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ, ਇਹ ਉਹਦਾ ਨਤੀਜਾ ਆ ਕਿ ਜਦੋਂ ਹੁਣ ਅੱਜ ਲੋੜ ਆ ਸਾਡੇ ਕਿਸਾਨਾਂ ਨੂੰ ਇਸ ਕਿਸਮ ਦੀ ਹੈਲਪ ਦੀ, ਜਦੋਂ ਉਹਨਾਂ ਦੀ ਆਪਦੀ ਗੌਰਮੈਂਟ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ, ਔਰ ਉਹਨਾਂ ਨੂੰ ਲੋੜ ਆ ਕਿ ਜਿਹੜੀਆਂ ਬਾਹਰਲੀ ਸਾਡੀ ਸਿੱਖ ਡਾਇਸਪੋਰਾ ਆ, ਪੰਜਾਬੀ ਡਾਇਸਪੋਰਾ ਆ, ਉਹ ਉਹਨਾਂ ਦਾ ਹੱਥ ਫੜਨ, ਔਰ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਆ ਉਹ ਇਹਨਾਂ ਨੂੰ ਪ੍ਰੈਸ਼ਰ ਕਰੇ ਕਿ ਜੇ ਤੁਸੀਂ ਸਾਡੇ ਨਾਲ ਡੀਲ ਕਰਨਾ ਆ, ਸਾਡੇ ਕੰਟਰੀਜ਼ ਨਾਲ ਡੀਲ ਕਰਨਾ ਆ, ਤੇ ਜਿਹੜੇ ਡੈਮੋਕ੍ਰੇਸੀ ਦੇ ਬੇਸਿਕ ਜਿਹੜੇ ਰੂਲਸ ਨੇ, ਬੇਸਿਕ ਜਿਹੜੀਆਂ ਪ੍ਰਿੰਸੀਪਲਸ ਨੇ, ਵੈਲਿਊ ਸਿਸਟਮ ਆ, ਤੁਸੀਂ ਉਹਨਾਂ ਨੂੰ ਫੋਲੋ ਕਰੋ, ਅਦਰਵਾਈਜ਼ ਵੀ ਗੋਇੰ ਹੈਵ ਪ੍ਰੋਬਲਮ। ਸੋ ਜਿੱਥੇ ਤੁਸੀਂ ਡੈਮੋਕ੍ਰੈਟਿਕ ਵੈਲਿਊਜ਼ ਦੀ ਗੱਲ ਕਰਦੇ ਹੋ, ਭਾਵੇਂ ਉਹ ਕੈਨੇਡਾ ਹੋਵੇ ਔਰ ਚਾਹੇ ਅਮਰੀਕਾ ਹੋਵੇ, ਜੇ ਵਾਟ ਡੂ ਯੂ ਥਿੰਕ ਜੇ ਇਸ ਤਰੀਕੇ ਦੇ ਨਾਲ ਸਟੌਂਚ ਔਰ ਸਟਰੋਂਗ ਲੈਟਰਸ ਜਾਂ ਸਟਰੋਂਗ ਜਿਹੜੀ ਇਨਫੋਰਮੇਸ਼ਨ ਹੈ ਜਾਂ ਸਟੇਟਮੈਂਟਸ ਹੈ ਵੱਡੇ ਲੀਡਰਾਂ ਵੱਲੋਂ ਕੀਤੀ ਜਾਏ, ਔਰ ਅਸੀਂ ਇਹ ਵੀ ਉਮੀਦ ਕਰ ਰਹੇ ਸੀ, ਯਾਦ ਆਪਾਂ ਆਪਣੇ ਐਪੀਸੋਡਸ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਹੋ ਸਕਦਾ ਕਦੇ ਜੋ ਬਾਈਡਨ ਜਦੋਂ ਪ੍ਰੈਜ਼ੀਡੈਂਟ ਬਣਨਗੇ ਤਾਂ ਉਹ ਇਹੋ ਜਿਹਾ ਦਬਾਅ ਜਿਹੜਾ ਹੈ ਉਹ ਇਹੋ ਜਿਹੀ ਸਟੇਟਮੈਂਟ ਦੇ ਕੇ ਕੁਝ ਕਰ ਸਕਦੇ ਨੇ। ਦੇਖੋ ਜਿਹੜੇ ਇਹ ਦੋਵੇਂ ਹੀ ਸੈਨੇਟਰ ਨੇ ਨਾ, ਜਿਹੜੀ ਉਹਨਾਂ ਦਾ ਸਟੇਟਸ ਹੈ, ਇਟਸ ਨੈਕਸਟ ਟੂ ਪ੍ਰੈਜ਼ੀਡੈਂਟ। ਇਫ ਹਿਸ ਪ੍ਰੈਜ਼ੀਡੈਂਟ ਇਜ਼ ਨੰਬਰ 1, ਇਹ ਜਿਹੜਾ ਸੈਨੇਟ ਮੈਜੋਰਿਟੀ ਲੀਡਰ ਚੱਕ ਸ਼ੂਮਰ ਹੈ, ਹੀ ਇਜ਼ ਨੰਬਰ 2 in the political power system, and maybe Senator Bob Menendez is number 3 because the kind of position he holds. So we are very close to Joe Biden. ਸੋ ਆਈ ਹੋਪ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਜਿਹੜੀ ਇੰਡੀਅਨ ਗਵਰਨਮੈਂਟ ਆ ਉਹਦੇ ਕੋਈ ਕੰਨ 'ਤੇ ਜੂ ਨਾ ਸਰਕੀ, ਤਾਂ ਇਹ ਕੋਈ ਅਤਕਥਨੀ ਨਹੀਂ ਕਿ ਜਿਹੜਾ ਮਿਸਟਰ ਜੋ ਬਾਈਡਨ ਆ, ਹੀ ਇਜ਼ ਵੈਰੀ ਪਾਪੂਲਰ ਵਿਦ ਇੱਥੋਂ ਦੀ ਜਿਹੜੀਆਂ ਲੇਬਰ ਯੂਨੀਅਨਸ ਨੇ, ਇੱਥੋਂ ਦੇ ਜਿਹੜੇ ਲੋਕ ਨੇ, ਜਿਹੜੇ ਮਤਲਬ ਮਿਡਲ ਕਲਾਸ ਆ, ਲੋਅਰ ਮਿਡਲ ਕਲਾਸ ਆ, ਹੀ ਇਜ਼ ਨਾਟ ਅਪ ਫॉर ਬਿਜ਼ਨਸ ਪੀਪਲ. He doesn't have any appetite for business, big business especially. So he can easily be convinced to speak against these farm laws and stand with the farmers stand. ਹਾਂਜੀ। ਸੋ ਜਿੱਥੇ ਤੁਸੀਂ ਪੰਜਾਬੀ ਡਾਇਸਪੋਰਾ ਦੀ ਗੱਲ ਕੀਤੀ, ਔਰ ਅਸੀਂ ਉਸ ਪੰਜਾਬੀ ਡਾਇਸਪੋਰਾ ਦਾ ਬਹੁਤ ਵੱਡਾ ਹਿੱਸਾ ਆ, ਰਾਈਟ, ਮੈਨੂੰ ਇੱਦਾਂ ਲੱਗਦਾ ਕਿਉਂਕਿ ਅਸੀਂ ਕੰਟਰੀਬਿਊਟ ਕਰਦੇ ਹਾਂ। ਔਰ ਜੇ ਪੰਜਾਬੀ ਡਾਇਸਪੋਰਾ ਦੀ ਗੱਲ ਕਰੀਏ, ਤੁਸੀਂ ਸਿੱਖ ਕਾਕਸ ਦੇ ਵਿੱਚ ਬਹੁਤ ਕਲੋਜ਼ਲੀ ਇਨਵੋਲਵਡ ਰਹੇ ਹੋ, ਇਨਫੈਕਟ ਵਨ ਆਫ ਦ ਫਾਊਂਡਰ ਮੈਂਬਰਸ ਵੀ ਹੋ ਤੁਸੀਂ। ਸੋ ਸਿੱਖ ਕਾਕਸ ਕੀ ਹੈ, ਉਸ ਦੇ ਬਾਰੇ ਹੁਣ ਇੱਕ ਨਿਊਜ਼ ਜਿਹੜੀ ਹੈ ਸਾਨੂੰ ਸਾਹਮਣੇ ਦੇਖਣ ਨੂੰ ਆ ਰਹੀ ਹੈ ਕਿ ਸਿੱਖ ਕਾਕਸ ਦੇ ਵਿੱਚ ਐਕਚੁਅਲੀ ਹੁਣ ਜ਼ਿਆਦਾ ਉਸ ਨੂੰ ਇੰਡੀਆ ਕਾਕਸ ਬੋਲਿਆ ਜਾ ਰਿਹਾ ਹੈ ਜਾਂ ਕਿਹਾ ਜਾ ਰਿਹਾ ਹੈ, ਜਾਂ ਲੋਕ ਉਸ ਨੂੰ ਕਿਸ ਤਰੀਕੇ ਦੇ ਨਾਲ ਮਲਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਦੇ ਬਾਰੇ ਅਸੀਂ ਤੁਹਾਡੇ ਨਾਲ ਚਰਚਾ ਜਿਹੜੀ ਹੈ ਉਹ ਜ਼ਰੂਰ ਕਰਨਾ ਚਾਹਾਂਗੇ, ਬਟ ਕੁਇਕਲੀ ਬਿਫੋਰ ਵੀ ਟੇਕ ਅ ਬ੍ਰੇਕ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਸਿੱਖ ਕਾਕਸ ਕੀ ਚੀਜ਼ ਹੈ, ਔਰ ਆਫਟਰ ਆਲ ਜਿਹੜੇ ਸਿੱਖ ਅਮਰੀਕਨ ਕਾਕਸ ਦੇ ਵਿੱਚ ਕਿਉਂ ਬਣਾਈ ਗਈ ਸੀ, ਉਹਦਾ ਕੀ ਮਕਸਦ ਹੈ, ਸੋ ਉਹਦੇ ਬਾਰੇ ਸਾਨੂੰ ਦੱਸੋ। ਦੇਖੋ ਜਿਹੜਾ ਸਿੱਖ ਕਾਕਸ ਹੈ ਨਾ, ਇਹਦਾ ਐਕਚੁਅਲੀ ਨੇਮ ਹੈਗਾ ਸਿੱਖ ਕੰਗਰੈਸ਼ਨਲ ਕਾਕਸ। ਸੋ ਜਿਹੜੇ ਕਾਕਸਿਸ ਹੁੰਦੇ ਨੇ, ਇਹ ਹਰ ਇੱਕ ਜਿਵੇਂ ਕੋਈ ਟ੍ਰੇਡ ਨੇ ਉਹਨਾਂ ਦੇ ਆਪਦੇ ਕਾਕਸ ਨੇ, ਕੰਟਰੀਜ਼ ਦੇ ਆਪਦੇ ਕਾਕਸ ਨੇ, ਕਮਿਊਨਿਟੀਜ਼ ਦੇ ਜਿਹੜੇ ਕਮਿਊਨਿਟੀ ਸਿਰਫ 2 ਦੇ ਕਾਕਸ ਨੇ, ਇੱਕ ਸਿੱਖਾਂ ਦਾ ਕਾਕਸ ਹੈ, ਇੱਕ ਜਿਊਸ਼ ਦਾ, ਹੋਰ ਕਿਸੇ ਕਮਿਊਨਿਟੀ ਦਾ ਕਾਕਸ ਨਹੀਂ ਹੈਗਾ। ਇੱਦਾਂ ਕਿਸੇ ਸਾਡਾ ਵੀ ਜਿਹੜਾ ਉਹ ਕਾਕਸ ਹੁੰਦਾ ਉਹ ਕਿਸੇ ਰਿਲੀਜੀਅਸ ਬੇਸਡ ਨਹੀਂ ਹੁੰਦਾ, ਉਹ ਐਥਨਿਕ ਬੇਸਡ ਹੁੰਦਾ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਸਿੱਖਾਂ ਦਾ ਕਾਕਸ ਬਣਿਆ ਆ, ਉਹਨੇ ਇਹ ਗੱਲ ਐਸਟੈਬਲਿਸ਼ ਕੀਤੀ ਆ ਕਿ ਸਿੱਖ ਇੱਕ ਐਥਨਿਕ ਕਮਿਊਨਿਟੀ ਆ, ਦੇ ਆਰ ਰਿਲੀਜੀਅਸ ਕਮਿਊਨਿਟੀ ਬਟ ਦੇ ਆਰ ਐਥਨਿਕ ਕਮਿਊਨਿਟੀ ਟੂ, ਠੀਕ ਹੈ ਨਾ, ਲਾਈਕ ਜਿਊਇਸ਼। ਸੋ ਉਹਦੇ ਨਾਲ ਇਹ ਹੋਇਆ, ਜਿਹੜਾ ਇਹਦਾ ਬੇਸਿਕ ਪ੍ਰੋਸੈਸ ਆ ਉਹ ਇਹ ਆ ਕਿ ਜਿਹੜਾ ਕੰਗਰੈਸ਼ਨਲ ਕਾਕਸ ਆ ਉਹਦੇ ਵਿੱਚ ਸਾਡਾ ਜਿਹੜੇ ਸਿੱਖ ਆ ਉਹਨਾਂ ਦਾ ਡਾਇਰੈਕਟ ਕੋਈ ਰੋਲ ਨਹੀਂ ਹੈਗਾ। ਉਹਨੂੰ ਜਿਹੜਾ ਚੇਅਰ ਕਰਦੇ ਨੇ ਉਹ ਕਾਂਗਰਸ ਮੈਂਬਰ ਹੀ ਕਰਦੇ ਨੇ,
ਉਹਦੇ ਜਨਰਲੀ 2 ਕਾਂਗਰਸਮੈਨ ਹੁੰਦੇ ਨੇ, ਇੱਕ ਚੇਅਰ ਹੁੰਦਾ, ਇੱਕ ਕੋ ਚੇਅਰ ਹੁੰਦਾ ਹੈ। ਅਸੀਂ ਟਰਾਈ ਕਰਦੇ ਹਾਂ ਕਿ ਇੱਕ ਉਹਦਾ ਚੇਅਰਮੈਨ ਜਿਹੜਾ ਇੱਕ ਪਾਰਟੀ ਵੱਲੋਂ ਹੋਵੇ, ਕੋ ਚੇਅਰ ਦੂਸਰੀ ਪਾਰਟੀ ਵੱਲੋਂ ਹੋਵੇ। ਜਿਵੇਂ ਹੁਣ ਕਰੰਟਲੀ ਉਹਦੇ ਜਿਹੜੇ ਚੇਅਰ ਨੇ ਉਹ ਹੈਗੇ ਨੇ ਜੌਨ ਗਰਮੰਡੀ, ਜਿਹੜੇ ਕਿ ਕੈਲੀਫੋਰਨੀਆ ਤੋਂ ਨੇ, ਉਹ ਡੈਮੋਕ੍ਰੇਟ ਨੇ। ਜਿਹੜੇ ਡੇਵਿਡ ਵੈਲਡਾਓ ਨੇ ਉਹ ਵੀ ਕੈਲੀਫੋਰਨੀਆ ਤੋਂ ਨੇ, ਪਰ ਉਹ ਰਿਪਬਲਿਕਨ ਨੇ। ਸੋ ਜਿਹੜਾ ਕਾਕਸ ਨੂੰ ਰਨ ਕਰਨਾ ਆ ਉਹ ਉਸ ਕਾਂਗਰੈਸ਼ਨਲ ਜਿਹੜੇ 2 ਕਾਂਗਰਸਮੈਨ ਨੇ ਉਹਨਾਂ ਦੇ ਆਫਿਸਿਸ ਨੇ ਕਰਨਾ ਆ। ਉਹਦੇ ਵਿੱਚ ਸਾਡਾ ਕੋਈ ਰੋਲ ਨਹੀਂ, ਜਿਹੜੇ ਸਿੱਖਾਂ ਦਾ ਕੋਈ ਰੋਲ ਨਹੀਂ ਹੈਗਾ। ਉਹਨਾਂ ਨੇ ਅਸੀਂ ਸਿਰਫ ਉਹਨਾਂ ਨੂੰ ਇਸ਼ੂਜ਼ ਦੱਸਣੇ ਆ ਕਿ ਸਾਡੇ ਆਹ ਇਸ਼ੂਜ਼ ਨੇ, ਤੁਸੀਂ ਇਸ ਬੇਸ ਦੇ ਉੱਤੇ ਸਾਡੀ ਕਮਿਊਨਿਟੀ ਦੀ ਵੌਇਸ ਬਣਨਾ ਹੈ। ਸੋ ਉਹਨਾਂ ਨੇ ਜਿਵੇਂ ਸਿੱਖ ਕਾਕਸ ਦੇ ਜਿਹੜੇ ਨਾਲ ਜੁੜੇ ਹੋਏ ਕਾਂਗਰਸਮੈਨ ਨੇ, ਉਹਨਾਂ ਨੇ ਸਿੱਖਾਂ ਨਾਲ ਰਿਲੇਟਡ ਕੋਈ ਵੀ ਜਿਹੜਾ ਸਾਡੀ ਕਮਿਊਨਿਟੀ ਨਾਲ, ਪੰਜਾਬੀਆਂ ਨਾਲ, ਸਿੱਖਾਂ ਨਾਲ ਰਿਲੇਟਡ ਜਿਹੜੇ ਕੋਈ ਇਸ਼ੂਜ਼ ਨੇ ਉਹਨਾਂ ਦੇ ਉੱਤੇ ਪੋਜੀਸ਼ਨਸ ਲੈਣੀਆਂ ਨੇ। ਔਰ ਉਹਨਾਂ ਨੇ US ਗੌਰਮੈਂਟ ਦੇ ਵਿੱਚ ਜਿਹੜੀ US ਸੈਨੇਟ ਆ, ਕਾਂਗਰਸ ਆ, ਜਾਂ ਈਵਨ ਪ੍ਰੈਜ਼ੀਡੈਂਟ ਆਫਿਸ ਆ, ਉਹਨਾਂ ਨੂੰ ਸਾਡੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਕਨਵੇ ਕਰਨੇ ਨੇ ਕਿ ਜਿਹੜੇ ਸਾਡੀ ਸਿੱਖ ਕਮਿਊਨਿਟੀ ਆ ਉਹਦੇ ਅੱਜ ਕੱਲ੍ਹ ਆਹ ਇਸ਼ੂ ਨੇ ਔਰ ਇਹਨਾਂ ਨੂੰ ਤੁਸੀਂ ਟੇਕ ਅਪ ਕਰਨਾ ਹੈ। ਸੋ ਦੇ ਆਰ ਆਵਰ ਵੌਇਸ, ਪਰ ਵੀ ਡੋਂਟ ਹੈਵ ਡਾਇਰੈਕਟ ਜਿਹੜੀ ਉਹਦੀ ਬੇਸਿਸ ਆ ਉਹਦੇ ਵਿੱਚ ਸਾਡਾ ਡਾਇਰੈਕਟ ਕੋਈ ਇਨਵੋਲਵਮੈਂਟ ਨਹੀਂ ਹੈਗਾ। ਯਾਦਵਿੰਦਰ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਨੂੰ ਕਲੈਰੀਫਾਈ ਕੀਤਾ, ਕਿਉਂਕਿ ਬਹੁਤ ਕਨਫਿਊਜ਼ਨ ਹੈ ਔਰ ਅਸੀਂ ਇਸ ਕਨਫਿਊਜ਼ਨ ਨੂੰ ਅੱਗੇ ਵੀ ਕਲੈਰੀਫਾਈ ਕਰਾਂਗੇ। ਪਰ ਸਮਾਂ ਹੋ ਚਲੇ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ ਤੇ ਜਿਹੜੀ ਸਿੱਖ ਕਾਕਸ ਦੀ ਜਿਹੜੀ ਹਲਚਲ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ ਔਰ ਇਸ ਦੇ ਥੋੜਾ ਜਿਹਾ ਹੋਰ ਚਾਨਣਾ ਪਾਵਾਂਗੇ, ਬਟ ਆਫਟਰ ਦਿਸ ਬ੍ਰੇਕ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਗਲੋਬਲ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਵੈਂਟ ਕਵਰੇਜ ਜਾਂ ਐਡਵਰਟਾਈਜ਼ਮੈਂਟ ਲਈ ਸੰਪਰਕ ਕਰੋ ਗਿੱਲ ਪ੍ਰਦੀਪ 6465206706। ईमेल gilpardeep11@yahoo.in। ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਅਸੀਂ ਚਰਚਾ ਕਰ ਰਹੇ ਸੀ ਸਿੱਖ ਅਮਰੀਕਨ ਕਾਕਸ ਬਾਰੇ ਕਿ ਆਫਟਰ ਆਲ ਇਹ ਆਰਗੇਨਾਈਜੇਸ਼ਨ ਕੀ ਹੈ ਔਰ ਇਸ ਦਾ ਕੀ ਰੋਲ ਹੈ ਅਮਰੀਕਾ ਦੇ ਵਿੱਚ। ਔਰ ਜਿਸ ਤਰ੍ਹਾਂ ਯਾਦਵਿੰਦਰ ਸਿੰਘ ਹੁਣੀ ਨੇ ਦੱਸਿਆ ਕਿ ਇਹ ਕਾਕਸ ਐਕਚੁਅਲੀ ਕਾਂਗਰਸਮੈਨ ਵੱਲੋਂ ਰਨ ਕੀਤੀ ਜਾਂਦੀ ਹੈ ਔਰ ਸਿੱਖਾਂ ਦੇ ਇਸ਼ੂਜ਼ ਜਿਹੜੇ ਪ੍ਰੈਜ਼ੈਂਟ ਕਰਨ ਦੇ ਲਈ ਇਸ ਦੀ ਸਿੱਖ ਕਾਕਸ ਕਮੇਟੀ ਜਿਹੜੀ ਹੈ ਉਹ ਬਣਾਈ ਗਈ ਸੀ। ਇਸ ਦੇ ਬਾਰੇ ਜਿਹੜੀ ਹੋਰ ਚਰਚਾ ਕਰਦੇ ਆ, ਯਾਦਵਿੰਦਰ ਜੀ ਸਭ ਤੋਂ ਪਹਿਲਾਂ ਦੱਸੋ ਕਿ ਸਿੱਖ ਕਾਕਸ ਜਿਹੜਾ ਹੈ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਕਿ ਐਕਚੁਅਲੀ ਤਾਂ ਇਹ ਕਾਂਗਰਸਮੈਨ ਰਨ ਕਰਦੇ ਨੇ, ਪਰ ਇਹਦੇ ਵਿੱਚ ਸਿੱਖਾਂ ਦੇ ਇਸ਼ੂਜ਼ ਕਿਸ ਤਰੀਕੇ ਦੇ ਨਾਲ ਡਿਸਕਸ ਹੁੰਦੇ ਨੇ? ਤੁਸੀਂ ਕਿ ਕਮੇਟੀ ਬਣਾਈ ਗਈ ਹੈ, ਬਟ ਉਹ ਹਾਊ ਇਜ਼ ਇਟ ਲਾਈਕ ਕਿੱਦਾਂ ਵਰਕ ਕਰਦਾ ਹੈ? ਹਾਂਜੀ, ਦੇਖੋ ਜਿਹੜਾ ਸਿੱਖ ਕਾਕਸ ਆ ਨਾ, ਸਿੱਖ ਕੰਗਰੈਸ਼ਨਲ ਕਾਕਸ ਆ ਵਿਚ ਇਜ਼ ਰਨ ਬਾਈ ਕਾਂਗਰਸਮੈਨ, ਇਹਦੇ ਨਾਲ ਅਸਿਸਟ ਕਰਨ ਲਈ ਅਮਰੀਕਨ ਸਿੱਖ ਕਾਕਸ ਕਮੇਟੀ ਹੈਗੀ ਆ, ਜਿਹੜੀ ਕਿ ਫੈਡਰਲੀ ਰਜਿਸਟਰਡ ਬਾਡੀ ਆ। ਔਰ ਉਹ ਜਿਹੜੇ ਸਿੱਖਾਂ ਦੇ ਇਸ਼ੂਜ਼ ਨੇ, ਭਾਵੇਂ ਉਹ ਇੱਥੋਂ ਦੇ ਡੋਮੈਸਟਿਕ ਇਸ਼ੂ ਨੇ, ਹੇਟ ਕ੍ਰਾਈਮ ਦੇ ਇਸ਼ੂ ਨੇ, ਭਾਵੇਂ ਸਾਡੇ ਇੰਟਰਨੈਸ਼ਨਲ ਇਸ਼ੂਜ਼ ਨੇ, ਜਿਵੇਂ ਮਤਲਬ ਪਿਛਲੇ ਸਮੇਂ ਦੇ ਵਿੱਚ ਜਿਹੜੇ ਵੀ ਇਸ਼ੂ ਆਏ ਨੇ ਉਹਨਾਂ ਦੇ ਉੱਤੇ ਅਸੀਂ ਉਹਨੂੰ ਰੈਗੂਲਰਲੀ ਅਪਡੇਟ ਕਰਦੇ ਰਹਿੰਦੇ ਹਾਂ। ਕਿ ਜਿਵੇਂ ਬੇਅਦਬੀਆਂ ਦਾ ਮਸਲਾ ਆਇਆ, ਅਸੀਂ ਉਸ ਮਸਲੇ ਦੇ ਉੱਤੇ ਜਿਹੜੀ ਕੰਗਰੈਸ਼ਨਲ ਜਿਹੜੀ ਸਾਡੀ ਹੈਗੀ ਆ ਕਾਕਸ ਆ, ਅਸੀਂ ਉਹਨੂੰ ਅਪਡੇਟ ਕੀਤਾ, ਉਹਨਾਂ ਨੇ ਬਰੀਫਿੰਗਸ ਕੀਤੀਆਂ। ਇਸੇ ਤਰੀਕੇ ਨਾਲ ਅਫਗਾਨਿਸਤਾਨ ਦੇ ਵਿੱਚ ਜਦੋਂ ਸਿੱਖਾਂ ਦੇ ਉੱਤੇ ਅਟੈਕ ਹੋਇਆ ਉਦੋਂ ਬਰੀਫਿੰਗਸ ਹੋਈਆਂ, ਅਸੀਂ ਉਹਨਾਂ ਨੂੰ ਅਪਡੇਟ ਕੀਤਾ, ਸਟੇਟ ਡਿਪਾਰਟਮੈਂਟ ਨੂੰ ਲਿਖਿਆ ਸਿੱਖਾਂ ਦੀ ਸਿਕਿਉਰਿਟੀ ਵਾਸਤੇ। ਸੋ ਜਿੰਨੇ ਵੀ ਕੋਈ ਸਿੱਖ ਕਮਿਊਨਿਟੀ ਦੇ ਨਾਲ, ਪੰਜਾਬੀਆਂ ਦੇ ਨਾਲ ਜਿਹੜੇ ਕੋਈ ਇਸ਼ੂਜ਼ ਆਉਂਦੇ ਨੇ, ਉਹਨਾਂ ਬਾਰੇ ਸਾਡਾ ਫਰਜ਼ ਆ ਉਹਨਾਂ ਨੂੰ ਅਪਡੇਟ ਕਰੀਏ। ਦੈਨ ਉਹ ਫਿਰ ਆਪਣੇ ਜਿਹੜਾ ਉਹਨਾਂ ਦਾ ਸਿਸਟਮ ਆ, ਜਿਹੜਾ ਕੰਗਰੈਸ਼ਨਲ ਸਿੱਖ ਕੰਗਰੈਸ਼ਨਲ ਕਾਕਸ ਹੈ ਜਿਹੜੇ ਉਹਦੇ ਮੈਂਬਰ ਨੇ ਤਕਰੀਬਨ 50 ਦੇ ਕਰੀਬ ਹੈਗੇ ਨੇ, ਹੁਣ ਉਹ ਵੱਧਦੇ ਘੱਟਦੇ ਰਹਿੰਦੇ ਨੇ, ਉਹ ਫਿਰ ਉਸ ਇਸ਼ੂ ਨੂੰ ਪਿਕ ਕਰਦੇ ਨੇ, ਉਹਨਾਂ ਦੇ ਉੱਤੇ ਉਹ ਰਾਈਟ ਅਪ ਕਰਦੇ ਨੇ, ਉਹ US ਗੌਰਮੈਂਟ ਨੂੰ ਲਿਖਦੇ ਨੇ। ਜੇ ਕੋਈ ਇੰਟਰਨੈਸ਼ਨਲ ਇਸ਼ੂ ਹੈ, ਜਿਵੇਂ ਕੋਈ ਇੰਡੀਆ ਦਾ, ਜਿਵੇਂ ਹੁਣ ਕਿਸਾਨਾਂ ਦਾ ਮਸਲਾ ਆ, ਤਾਂ ਉਹ ਫਿਰ ਇੰਡੀਆ ਗੌਰਮੈਂਟ ਨੂੰ ਲਿਖਦੇ ਨੇ, ਜਾਂ ਇੱਥੋਂ ਦਾ ਜਿਹੜਾ ਇੰਡੀਆ ਦਾ ਐਂਬੈਸਡਰ ਆ ਉਹਨੂੰ ਲਿਖਦੇ ਨੇ। ਸੋ ਇਟਸ ਅ ਪ੍ਰੋਸੈਸ ਜਿਹੜਾ ਕਿ ਉਹ ਦੇ ਵਰਕ ਵਿਦ ਦ ਕਮਿਊਨਿਟੀ, ਕਿਉਂਕਿ ਆਫਟਰ ਆਲ ਉਹ ਸਾਨੂੰ ਰਿਪਰੈਜ਼ੈਂਟ ਕਰ ਰਹੇ ਨੇ। ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੂੰ ਮੋਸਟ ਦੇ ਟਾਈਮ ਉਹ ਜਿਹੜੇ ਜਿੱਥੇ ਸਾਡੀ ਕਮਿਊਨਿਟੀ ਵੱਸਦੀ ਆ ਉਹ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸੋ ਸਿਰਫ ਜਿੱਥੋਂ ਮੈਨੂੰ ਤੁਹਾਡੀ ਗੱਲ ਸਮਝ ਆਈ, ਇਜ਼ ਦਿਸ ਆਈ ਮੀਨ ਰਾਈਟ ਕਿ ਜਿਹੜੇ ਇਸ਼ੂਜ਼ ਨੇ ਉਹ ਸਿੱਖਾਂ ਦੇ ਪੂਰੇ ਵਰਲਡ ਦੇ ਵਿੱਚ, ਦੁਨੀਆ ਦੇ ਵਿੱਚ ਕਿਤੇ ਵੀ ਸਿੱਖਾਂ ਦਾ ਕੋਈ ਵੀ ਇਸ਼ੂ ਹੋਵੇ, ਕੰਸਰਨਿੰਗ ਇਸ਼ੂ ਹੋਵੇ, ਉਹ ਰੇਜ਼ ਕੀਤਾ ਜਾਂਦਾ ਹੈ, ਨਾਟ ਨੈਸੈਸਰੀਲੀ ਅਮਰੀਕਨ ਸਿੱਖ ਇਸ਼ੂਜ਼? ਹਾਂਜੀ ਹਾਂ, ਬਿਲਕੁਲ। ਇਹ ਤਾਂ ਜਿਹੜਾ ਦੇਖੋ ਸਾਡੀ ਜਿਹੜੀ ਕਮਿਊਨਿਟੀ ਆ ਗਲੋਬਲ ਕਮਿਊਨਿਟੀ ਆ, ਔਰ ਸਾਡੇ ਜਿਹੜੇ ਸਰੋਕਾਰ ਨੇ ਉਹ ਵੀ ਗਲੋਬਲ ਨੇ।
ਅਮਰੀਕਾ ਬੀਇੰਗ ਦ ਲੀਡਰ ਐਂਡ ਮੋਸਟ ਇਨ ਦ ਵਰਲਡ, ਸਾਡੀ ਜਿਹੜੀ ਜ਼ਿੰਮੇਵਾਰੀ ਆ ਵੱਧ ਜਾਂਦੀ ਆ। ਮੈਂ ਜਿਵੇਂ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਆ ਕਿ ਜਦੋਂ ਸਿੱਖ ਕਾਕਸ ਬਣਾਇਆ ਤੇ ਉਹਦੇ ਵਿੱਚ ਨਾ ਜਿਹੜੀ ਇੰਡੀਅਨ ਗਵਰਨਮੈਂਟ ਸੀ ਉਹਦੇ ਵੱਲੋਂ ਬਹੁਤ ਵਿਰੋਧ ਕੀਤਾ ਗਿਆ 2013 ਦੇ ਵਿੱਚ। ਉਹਦਾ ਰੀਜ਼ਨ ਇਹ ਸੀਗਾ ਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸਿੱਖਾਂ ਨੂੰ ਕੀ ਲੋੜ ਆ। ਉਹਨਾਂ ਨੇ ਜਿੰਨੇ ਵੀ ਓਰੀਜਨਲੀ 28 ਜਿਹੜੇ ਮੈਂਬਰ ਸੀਗੇ, ਖਾਸ ਕਰਕੇ ਜਿਹੜੇ ਉਦੋਂ ਚੇਅਰਮੈਨ ਤੇ ਕੋ ਚੇਅਰ ਸੀਗੇ, ਜੂਡੀ ਚੂ ਸੀਗੀ ਜਿਹਨੇ ਇਨੀਸ਼ੀਏਟ ਕੀਤਾ ਸੀਗਾ ਕੈਲੀਫੋਰਨੀਆ ਤੋਂ, ਔਰ ਡੇਵਿਡ ਵੈਲਡਵੇ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਕਿ ਬੰਦੇ ਸਿੱਖ ਨੇ ਜਿਹੜੇ ਇਹ ਖਾਲਿਸਤਾਨੀ ਨੇ, ਇਹਨਾਂ ਦਾ ਸਿੱਖ ਕਾਕਸ ਦੀ ਲੋੜ ਨਹੀਂ ਗੀ, ਸਿੱਖ ਕਾਕਸ ਇਹਨਾਂ ਦੇ ਮੋਟਿਵ ਕੁਛ ਹੋਰ ਹੋ ਸਕਦੇ ਆ। ਪਰ being citizen of this country, being tax paying members of this nation, ਸਾਡਾ ਇਹ ਹੱਕ ਆ ਕਿ ਅਸੀਂ ਜਿਹੜੇ ਆਪਣੇ ਇਸ਼ੂਜ਼ ਨੇ ਉਹ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਦੇ ਥਰੂ ਚਲਾਈਏ, ਠੀਕ ਹੈ ਨਾ। ਔਰ ਉਹਨਾਂ ਦਾ ਸਭ ਤੋਂ ਵੱਡਾ ਆਰਗੂਮੈਂਟ ਸੀਗਾ ਕਿ ਜਿਹੜੇ ਸਿੱਖ ਨੇ ਉਹ ਤਾਂ ਇੰਡੀਆ ਦਾ ਹੀ ਪਾਰਟ ਨੇ, ਸੋ ਉਹਨਾਂ ਨੂੰ ਕਾਕਸ ਦੀ ਕੀ ਲੋੜ ਆ। ਸੋ ਉਹੀ ਮੇਰਾ ਅਗਲਾ ਸਵਾਲ ਤੁਹਾਡੇ ਨਾਲ ਸੀਗਾ ਕਿ ਇਹ ਗੱਲ ਸਾਹਮਣੇ ਆਈ ਔਰ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲ ਰਹੀਆਂ ਸੀ ਕਿ 60% ਤੋਂ ਜਿਹੜੇ ਤਕਰੀਬਨ 60% ਜਿਹੜੇ ਮੈਂਬਰਸ ਨੇ ਉਹ ਇੰਡੀਆ ਕਾਕਸ ਤੋਂ ਵੀ ਬਿਲੋਂਗ ਕਰਦੇ ਨੇ। ਸੋ ਉਹ ਕਿਸ ਤਰ੍ਹਾਂ ਸਿੱਖਾਂ ਦੇ ਇਸ਼ੂਜ਼ ਨੂੰ ਚੱਕਦੇ ਹੋਣਗੇ, ਕਿਉਂਕਿ ਇੰਡੀਆ ਕਾਕਸ ਦੇ ਇਸ਼ੂਜ਼ ਤਾਂ ਇੰਡੀਅਨ ਗਵਰਨਮੈਂਟ ਦੇ ਨਾਲ ਜਾਂ ਇੰਡੀਅਨ ਇਸ਼ੂਜ਼ ਚੱਕਦੇ ਹੋਣੇ ਆ ਉਹ। ਦੇਖੋ, ਦੋਵੇਂ ਗੱਲਾਂ ਦਾ ਮੈਂ ਜਵਾਬ ਦਿੰਦਾ। ਇੱਕ ਤਾਂ ਗੱਲ ਇਹ ਆ ਕਿ ਜਿਹੜਾ ਇੰਡੀਆ ਗਵਰਨਮੈਂਟ ਦਾ ਇਹ ਕਲੇਮ ਸੀਗਾ ਕਿ ਅਸੀਂ ਇਹਨਾਂ ਦੇ ਇਸ਼ੂ ਚੱਕਾਂਗੇ, ਸੋ ਸਾਡਾ ਸੀਗਾ ਕਿ ਦੁੱਖ ਤੁਸੀਂ ਜਿਹੜੇ ਇੰਡੀਆ ਦੇ ਇਸ਼ੂ ਚੱਕਣੇ ਆ। ਅਸੀਂ ਤਾਂ ਹੁਣ ਜਿਹੜੇ ਬਾਹਰਲੇ ਡਾਇਸਪੋਰਾ ਸਿੱਖ ਆ ਉਹ ਬੇਸ਼ੱਕ ਉਹਨਾਂ ਦੀ ਜਿਹੜੀ ਜਨਮ ਭੂਮੀ ਉਹ ਆ, ਪਰ ਉਹਨਾਂ ਦੇ ਜਿਹੜੇ ਸਰੋਕਾਰ ਨੇ, ਉਹਨਾਂ ਦੇ ਜਿਹੜੇ ਇਸ਼ੂ ਨੇ ਉਹ ਅਮਰੀਕਨ ਨੇ, ਉਹ ਬ੍ਰਿਟਿਸ਼ ਨੇ, ਉਹ ਜਰਮਨ ਨੇ, ਉਹ ਵੱਖ-ਵੱਖ ਦੇਸ਼ਾਂ ਦੇ ਨੇ, ਉਹਨਾਂ ਦੇ ਸਰੋਕਾਰ ਵੱਖਰੇ ਨੇ। ਦੂਜੀ ਗੱਲ ਇਹ ਆ ਕਿ ਸਾਡੀ ਜਿਹੜੀ ਕਮਿਊਨਿਟੀ ਆ, ਵੀ ਹੈਡ ਅ ਹਿਸਟਰੀ ਵਿਦ ਇੰਡੀਅਨ ਸਟੇਟ ਪਿਛਲੇ 40-50 ਸਾਲ ਦੇ ਵਿੱਚ। ਔਰ ਉਹਦੇ ਵਿੱਚ ਇਹ ਆ ਕਿ ਜਿਹੜੀ ਇੰਡੀਅਨ ਗਵਰਨਮੈਂਟ ਆ ਉਹਨਾਂ ਨੇ ਕਦੇ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖਾਂ ਦਾ ਜਿਹੜਾ ਅਕਸ ਆ ਉਹਨੂੰ ਚੰਗਾ ਤਾਂ ਉਹਨੂੰ ਮਾੜਾ ਕਰਨ ਦੀ ਕੋਸ਼ਿਸ਼ ਕੀਤੀ ਵੱਧ ਤੋਂ ਵੱਧ। ਸੋ ਈਵਨ ਜਿਹੜੇ ਸਿੱਖਾਂ ਦੇ ਇੰਟਰਨੈਸ਼ਨਲ ਇਸ਼ੂਜ਼ ਨੇ ਜਿੱਥੇ ਉਹਨਾਂ ਦਾ ਕੁਛ ਨਾ ਕੁਛ ਰੋਲ ਪਲੇ ਕਰਨਾ ਬਣਦਾ। ਜਿਵੇਂ ਮੈਂ ਤੁਹਾਨੂੰ ਇੱਕ ਜਿਹੜੀ ਦਸਤਾਰ ਦਾ ਇਸ਼ੂ ਦੱਸਦਾ ਹਾਂ ਕਿ ਫਰਾਂਸ ਦੇ ਵਿੱਚ ਇੱਕ ਕਾਨੂੰਨ ਬਣ ਗਿਆ ਕਿ ਜਿਹੜੀ ਦਸਤਾਰ ਆ ਉਹ ਕੋਈ ਨਹੀਂ ਪਾ ਸਕਦਾ, ਰਿਲੀਜੀਅਸ ਸਿੰਬਲ ਆ, ਇਹ ਪਾ ਨਹੀਂ ਸਕਦਾ ਕੋਈ ਵੀ। ਐਟ ਦ ਸੇਮ ਟਾਈਮ ਸਰਦਾਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀਗੇ। ਹੁਣ ਦੇਖੋ, ਹੈਰਾਨੀ ਦੀ ਗੱਲ ਇਹ ਆ ਕਿ ਬਜਾਏ ਇਸ ਦੇ ਕਿ ਸਰਦਾਰ ਮਨਮੋਹਨ ਸਿੰਘ ਇਹ ਕਵੇ, ਔਰ ਐਟ ਦ ਸੇਮ ਟਾਈਮ ਜਿਹੜੀ ਫਰਾਂਸ ਆ ਉਹ ਇੰਡੀਆ ਨੂੰ ਬਹੁਤ ਵੱਡਾ ਹਥਿਆਰਾਂ ਦਾ ਇੱਕ ਸੌਦਾ ਕਰ ਰਹੀ ਸੀ। ਐਂਡ ਦੇ ਡਿਡਨਟ ਸੇ ਅ ਵਰਡ ਵੀ ਜਿਹੜੇ ਸਿੱਖਾਂ ਦੇ ਉੱਤੇ ਤੁਸੀਂ ਇਹ ਪਾਬੰਦੀ ਲਾ ਰਹੇ ਹੋ ਵੀ ਉਹ ਤੁਸੀਂ ਦਸਤਾਰ ਨਹੀਂ ਬੰਨ੍ਹ ਸਕਦੇ, ਕਿਉਂਕਿ ਦੈਟਸ ਨਾਟ ਦੇਅਰ ਪ੍ਰਾਇਓਰਟੀ। ਇੰਡੀਆ ਦੀ ਜਿਹੜੀ ਸਿੱਖ ਪ੍ਰਾਇਓਰਟੀ ਨਹੀਂ ਹੈਗੇ, ਰਾਈਟ। ਔਰ ਉਹਨਾਂ ਦੀ ਜੇ ਕੋਈ ਪ੍ਰਾਇਓਰਟੀ ਹੋਊਗੀ ਤਾਂ ਮੇ ਬੀ ਇਟਸ ਔਨ ਨੰਬਰ ਵਾਈਜ਼ ਮੇ ਬੀ 20th ਪ੍ਰਾਇਓਰਟੀ, ਠੀਕ ਹੈ ਨਾ। ਸੋ ਹਾਊ ਦੇ ਕੈਨ ਰਿਪਰੈਜ਼ੈਂਟ ਔਰ ਹਾਊ ਦੇ ਕੈਨ ਪ੍ਰੋਟੈਕਟ ਆਵਰ ਕਮਿਊਨਿਟੀ ਜੇ ਸਿੱਖ ਆਪਦਾ ਜਿਹੜਾ ਸਿਸਟਮ ਆ ਉਹ ਸਟੈਬਲਿਸ਼ ਨਹੀਂ ਕਰਨਗੇ, ਜੇ ਉਹ ਆਪਦਾ ਸਿਸਟਮ ਨਹੀਂ ਕ੍ਰੀਏਟ ਕਰਨਗੇ ਜਿੱਥੇ ਉਹਨਾਂ ਦੀ ਪ੍ਰਾਇਓਰਟੀ ਹੋਊਗੀ ਉਹਨਾਂ ਦਾ ਆਪਣਾ ਨੇਸ਼ਨ, ਆਪਣੀ ਆਇਡੈਂਟੀਟੀ ਜਾਂ ਉਹਨਾਂ ਦੇ ਜਿਹੜੇ ਸਰੋਕਾਰ ਨੇ। ਸੋ ਹੁਣ ਜਿਵੇਂ ਤੁਸੀਂ ਹੁਣ ਹੀ ਦੇਖਦੇ ਆ ਕਿ ਹੁਣ ਫਾਰਮਰ ਸਟਰਗਲ ਚੱਲ ਰਹੀ ਆ। ਹੁਣ ਜਿਹੜਾ ਸਿੱਖ ਕਾਕਸ ਆ ਔਰ ਜਿਹੜੇ ਹੋਰ ਵੀ ਲੋਕ ਨੇ ਉਹ ਬਾਖੂਬੀ ਲੱਗੇ ਹੋਏ ਨੇ ਕਿ ਜਿਹੜਾ ਇਹ ਇਸ਼ੂ ਆ, ਹਾਲਾਂਕਿ ਇਹ ਇੰਡੀਆ ਦੇ ਸਾਰੇ ਫਾਰਮਰਸ ਦਾ ਇਸ਼ੂ ਆ, ਪਰ ਜਿਹੜਾ ਪੰਜਾਬੀ ਡਾਇਸਪੋਰਾ ਆ ਦੇ ਆਰ ਪਲੇਇੰਗ ਬਿਗ ਰੋਲ ਕਿ ਜਿਹੜਾ ਇਸ ਇਸ਼ੂ ਨੂੰ ਇੰਟਰਨੈਸ਼ਨਲਾਈਜ਼ ਕੀਤਾ ਜਾਵੇ, ਜਿਹੜਾ ਦੁਨੀਆ ਦਾ ਧਿਆਨ ਇਹਦੇ 'ਤੇ ਲਿਆਂਦਾ ਜਾਵੇ ਵੱਖ-ਵੱਖ ਕੰਟਰੀਜ਼ ਦੇ ਵਿੱਚੋਂ, ਤਾਂ ਕਿ ਜਿਹੜੀ ਇੰਡੀਅਨ ਸਟੇਟ ਆ ਉਹ ਕਿਸਾਨਾਂ ਦੇ ਨਾਲ ਧੱਕਾ ਨਾ ਕਰੇ। ਔਰ ਮੈਂ ਬੜੇ ਦਾਅਵੇ ਨਾਲ ਗੱਲ ਕਹਿ ਸਕਦਾ ਹਾਂ ਕਿ ਜੇ ਇੰਟਰਨੈਸ਼ਨਲ ਪ੍ਰੈਸ਼ਰ ਇੰਡੀਆ ਗੌਰਮੈਂਟ ਦੇ ਉੱਤੇ ਨਾ ਹੁੰਦਾ ਤੇ ਹੁਣ ਨੂੰ ਉਹਨਾਂ ਨੇ ਜਿਹੜੇ ਉੱਥੇ ਕਿਸਾਨ ਸੀਗੇ ਉਹਨਾਂ ਦੇ ਨਾਲ ਉਹ ਕੀ ਬੀਤਣੀ ਸੀ ਅਸੀਂ ਸਾਰੇ ਜਾਣਦੇ ਹਾਂ। ਜੋ ਪਿਛਲੇ ਜਿਹੜੇ ਸਟਰਗਲਸ ਨੇ ਇੰਡੀਆ ਦੇ ਵਿੱਚ ਜੋ ਉਹਨਾਂ ਨਾਲ ਬੀਤੀ ਰਹੀ ਆ, ਠੀਕ ਹੈ ਨਾ, ਉਹਨਾਂ ਦੇ ਨਾਲ ਉਹਨਾਂ ਨੂੰ ਕਿਸ ਤਰੀਕੇ ਨਾਲ ਹਿਊਮਿਲੇਟ ਕਰਕੇ ਕੁੱਟ ਕੇ ਲੋਕਾਂ ਨੂੰ ਉੱਥੋਂ ਭਜਾਉਂਦੇ ਰਹੇ ਆ, ਉਹਨਾਂ ਨੂੰ ਆਪਣੇ ਹੀ ਬੰਦੇ ਖੜੇ ਕਰਕੇ ਆਪਣੀ ਪਾਰਟੀ ਦੇ BJP ਦੇ ਗੁੰਡੇ ਜਿਹੜੇ ਨੇ ਉਹਨਾਂ ਨੂੰ ਹੀ ਉਹਨਾਂ ਦੇ ਉੱਤੇ ਹਮਲੇ ਕਰਾ ਕੇ, ਜਿਵੇਂ CAA ਵਾਲੇ ਜਿਹੜੇ ਸੀਗੇ ਬੰਦੇ ਜਾਂ ਹੋਰ ਜਿਹੜੇ GNU ਵਾਲੇ ਸੀਗੇ, ਜਾਂ ਪਹਿਲਾਂ ਸਿੱਖਾਂ ਨਾਲ ਵੀ ਕੀ ਕੁਛ ਹੋਇਆ, ਠੀਕ ਹੈ ਨਾ। ਥੋੜ੍ਹੀ ਜਿਹੀ ਝਲਕੀਆਂ ਤਾਂ ਸਾਨੂੰ ਇਸ ਕਿਸਾਨ ਮੋਰਚੇ ਦੇ ਵਿੱਚ ਵੇਖਣ ਨੂੰ ਮਿਲ ਹੀ ਰਹੀਆਂ ਸੀ ਜਦ ਤੱਕ ਇੰਟਰਨੈਸ਼ਨਲ ਮੀਡੀਆ ਨੇ ਇਸ ਨੂੰ ਅਟੈਂਸ਼ਨ ਦੇਣੀ ਸ਼ੁਰੂ ਨਹੀਂ ਕੀਤੀ ਸੀ। ਔਰ ਤੁਸੀਂ ਮੈਂਸ਼ਨ ਕੀਤਾ ਕਿ ਸਿੱਖ ਕਾਕਸ ਵੱਲੋਂ ਕੁਝ ਲੈਟਰਸ ਵੀ ਲਿਖੇ ਗਏ ਨੇ, ਉਹਦੇ ਬਾਰੇ ਥੋੜ੍ਹਾ ਦੱਸੋ ਸਾਨੂੰ। ਹਾਂਜੀ, ਦੇਖੋ ਲੈਟਰਸ ਤਾਂ ਚਲੋ ਰੈਗੂਲਰਲੀ ਲਿਖੇ ਜਾ ਰਹੇ ਨੇ ਕਿਉਂਕਿ ਮਤਲਬ ਜਿਹੜੇ ਸਾਡੇ ਨੈਟਵਰਕ ਵਿੱਚ ਨੇ ਕਾਂਗਰਸਮੈਨ ਨੇ, ਸੈਨੇਟਰ ਨੇ, ਉਹਨਾਂ ਨੂੰ ਜਿਹੜੀ ਗਰਾਊਂਡ ਦੀ ਸਿਚੁਏਸ਼ਨ ਆ ਉਹਨੂੰ ਅਪਡੇਟ ਕਰਦੇ ਜਾ ਰਹੇ ਆ। ਜਿਹੜੀ ਤੁਹਾਡੀ 60% ਵਾਲੀ ਗੱਲ ਸੀ, ਆਈ ਵਾਂਟ ਟੂ ਆਨਸਰ ਦੈਟਸ ਵੈਰੀ ਇੰਪੋਰਟੈਂਟ। ਉਹ ਇਹ ਆ ਕਿ ਦੇਖੋ ਜਿਹੜੇ ਕਾਂਗਰਸਮੈਨ ਨੇ ਨਾ ਉਹ ਵੱਖ-ਵੱਖ ਸੈਗਮੈਂਟਸ ਨੂੰ ਰਿਪਰੈਜ਼ੈਂਟ ਕਰਦੇ ਨੇ,
ਉਹ ਇੰਡੀਅਨ ਜਿਹੜੇ ਸੈਗਮੈਂਟ ਨੂੰ ਰਿਪਰੈਜ਼ੈਂਟ ਕਰਦੇ ਨੇ, ਪਾਕਿਸਤਾਨੀ ਸੈਗਮੈਂਟ ਨੂੰ ਰਿਪਰੈਜ਼ੈਂਟ ਕਰਦੇ, ਜਿੰਨੀਆਂ ਵੀ ਹੋਰ ਵੀ ਕਮਿਊਨਿਟੀਜ਼ ਨੇ। ਸੋ ਇੱਕ ਕਾਂਗਰਸਮੈਨ ਆ, ਉਹ ਇਹ ਜ਼ਰੂਰੀ ਨਹੀਂ ਕਿ ਜਿਹੜਾ ਉਹ ਸਿੱਖ ਕੌਕਸ ਦੇ ਵਿੱਚ ਆ ਉਹ ਸਿਰਫ ਸਿੱਖ ਕੌਕਸ 'ਚ ਜਾਂ ਹੋਰ ਕਿਸੇ 'ਚ ਨਹੀਂ ਹੋ ਸਕਦਾ। ਉਹ ਪਾਕਿਸਤਾਨ ਕੌਕਸ 'ਤੇ ਵੀ ਹੋ ਸਕਦਾ, ਉਹ ਚਾਈਨੀਜ਼ ਕੌਕਸ 'ਤੇ ਵੀ ਹੋ ਸਕਦਾ, ਉਹ ਕਿਸੇ ਟ੍ਰੇਡ ਯੂਨੀਅਨ ਦੇ ਕੌਕਸ 'ਤੇ ਵੀ ਹੋ ਸਕਦਾ, ਉਹ ਫਾਇਰ ਫਾਈਟਰਸ ਯੂਨੀਅਨ ਦੇ ਵੀ ਕੌਕਸ 'ਤੇ ਹੋ ਸਕਦਾ। ਸੋ ਜਿਹੜੇ ਕਾਂਗਰਸਮੈਨ ਨੇ ਬੇਸਡ ਔਨ ਦੇਅਰ ਡੈਮੋਗ੍ਰਾਫਿਕ ਜਿਹੜੀ ਹੈਗੀ ਆ ਉਹਨਾਂ ਦੀ ਟੈਰੀਟਰੀ ਦੇ ਵਿੱਚ, ਜਿਹੜੇ ਵੀ ਲੋਕ ਉਹਨਾਂ ਨੂੰ ਅਪਰੋਚ ਕਰਦੇ ਨੇ ਕਿ ਤੁਸੀਂ ਸਾਨੂੰ ਰਿਪਰੈਜ਼ੈਂਟ ਕਰ ਰਹੇ ਹੋ, ਸੋ ਤੁਹਾਨੂੰ ਸਾਨੂੰ ਰਿਪਰੈਜ਼ੈਂਟ ਕਰਨ ਲਈ ਸਾਨੂੰ ਵੀ ਵਾਂਟ ਯੂ ਟੂ ਬੀ ਪਾਰਟ ਆਫ ਆਵਰ ਕੌਕਸ। ਸੋ ਦੇ ਬੇਸਡ ਔਨ ਦੇਅਰ ਚੋਇਸ ਉਹ ਉਸ ਕੌਕਸ ਨੂੰ ਜੁਆਇਨ ਕਰ ਲੈਂਦੇ ਨੇ। ਸੋ ਪਰ ਜਿਹੜਾ ਉਹਨਾਂ ਦਾ ਡਿਸੀਜਨ ਮੇਕਿੰਗ ਦਾ ਤਰੀਕਾ ਆ, ਲੈਟਸ ਸੇ ਕਿ ਇੱਕ ਕਾਂਗਰਸਮੈਨ ਆ ਜਿਹੜਾ ਇੰਡੀਅਨ ਕੌਕਸ ਦਾ ਵੀ ਮੈਂਬਰ ਆ ਤੇ ਸਿੱਖ ਕੌਕਸ ਦਾ ਵੀ ਆ, ਉਹਨੇ ਇਸ਼ੂ ਬੇਸ ਦੇਖਣਾ ਆ ਕਿ ਜੇ ਸਿੱਖਾਂ ਨਾਲ ਧੱਕਾ ਹੋ ਰਿਹਾ ਆ, ਪੰਜਾਬੀਆਂ ਨਾਲ ਧੱਕਾ ਹੋ ਰਿਹਾ ਤੇ ਹੀ ਵਿਲ ਸਟੈਂਡ ਵਿਦ ਸਿੱਖਸ, ਕਿਉਂਕਿ ਗੱਲ ਸੱਚਾਈ ਦੀ ਆ। ਜੇ ਇੰਡੀਆ ਗੌਰਮੈਂਟ ਦੇ ਨਾਲ ਕੋਈ ਧੱਕਾ ਕਰ ਰਿਹਾ ਪਾਕਿਸਤਾਨ ਜਾਂ ਚਾਈਨਾ ਜਾਂ ਕੁਛ, ਤਾਂ ਦੇ ਵਿਲ ਸੇ ਕਿ ਸਹੀ ਇਹਦੇ ਵਿੱਚੋਂ ਸਹੀ ਕਿਹੜਾ ਆ, ਜਿਹੜੀ ਅਮਰੀਕਨ ਸਿਸਟਮ ਹੈ ਜਾਂ ਅਮਰੀਕਨ ਪਾਲਿਸੀ ਆ, ਉਹਦੇ ਮੁਤਾਬਕ ਉਹਨਾਂ ਦੇ ਕੀ ਸਟੈਂਡ ਆ। ਸੋ ਦੇ ਵਿਲ ਸਟੈਂਡ ਵਿਦ ਦ ਰਾਈਟ ਸਾਈਡ। ਉਹ ਕਿਸੇ ਦਾ ਇੱਦਾਂ ਇਹ ਨਹੀਂ ਕਿ ਜਿਹੜੇ ਸਿੱਖ ਕੌਕਸ ਦੇ ਮੈਂਬਰ ਨੇ ਉਹ ਕੋਈ ਸਿੱਖਾਂ ਦੇ ਹੁਣ ਜਰ ਖਰੀਦ ਨੇ ਜਾਂ ਜਿਹੜੇ ਇੰਡੀਆ ਦੇ ਜਰ ਖਰੀਦ ਨੇ, ਇੱਦਾਂ ਨਹੀਂ ਹੁੰਦੀ। ਉਹਨਾਂ ਦੀ ਆਪਦੀ ਕੌਨਸ਼ੀਅਸ ਦੇ ਮੁਤਾਬਕ, ਉਹਨਾਂ ਦੀ ਆਪਦੀ ਜਿਹੜੀ ਇਨਫੋਰਮੇਸ਼ਨ ਦੇ ਮੁਤਾਬਕ, ਨੌਲੇਜ ਦੇ ਮੁਤਾਬਕ ਉਹ ਉਸੇ ਹੀ ਇਸ਼ੂ ਨੂੰ ਸਪੋਰਟ ਕਰਦੇ ਨੇ ਜਿੱਥੇ ਉਹ ਸਮਝਦੇ ਨੇ ਕਿ ਉਹਨਾਂ ਦਾ ਹੱਕ ਬਣਦਾ ਆ, ਔਰ ਦੈਟਸ ਦ ਰਾਈਟ ਥਿੰਗ ਟੂ ਡੂ ਫॉर them। ਤੇ ਜਿਹੜੀ ਹੁਣ ਰੀਸੈਂਟ ਅਫਵਾਹ ਜਿਹੜੀ ਅਸੀਂ ਗੱਲ ਕਰ ਰਹੇ ਆ, ਉਹ ਕਿਸ ਤਰ੍ਹਾਂ ਔਰ ਉਹ ਕਿਉਂ ਫੈਲਾਈ ਜਾ ਰਹੀ ਹੈ, ਔਰ ਵਾਟ ਇਜ਼ ਤੁਹਾਨੂੰ ਕੀ ਲੱਗਦਾ ਵਾਟ ਇਜ਼ ਦ ਰੀਜ਼ਨ ਬਿਹਾਈਂਡ ਇਟ? ਦੇਖੋ, ਉਹਦੇ ਦੋ ਪਾਰਟ ਨੇ। ਇੱਕ ਤਾਂ ਜਿਹੜੀ ਇੰਡੀਆ ਗੌਰਮੈਂਟ ਆ ਉਹਨੂੰ ਇਹ ਗੱਲ ਸੂਟ ਨਹੀਂ ਕਰਦੀ। ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਜਿਹੜਾ ਸਿੱਖ ਡਾਇਸਪੋਰਾ ਆ, ਭਾਵੇਂ ਉਹ US 'ਚ ਆ, ਭਾਵੇਂ ਕੈਨੇਡਾ 'ਚ ਆ, ਭਾਵੇਂ ਇੰਗਲੈਂਡ 'ਚ ਆ, ਜਿੰਨਾ ਉਹਨਾਂ ਨੇ ਸਾਥ ਦਿੱਤਾ ਫਾਰਮਰਸ ਦਾ, ਜੇ ਉਹ ਇੰਡੀਆ ਗੌਰਮੈਂਟ ਨੂੰ ਸੂਟ ਕਰਦਾ ਹੋਊਗਾ? ਨਹੀਂ ਕਰਦਾ। ਸੋ ਦੇ ਟਰਾਈਂਗ ਦੇਅਰ ਬੈਸਟ ਕਿ ਕਿਸੇ ਤਰੀਕੇ ਨਾਲ ਜਿਹੜੇ ਕੋਈ ਬਾਹਰ ਸਾਡੀ ਕਮਿਊਨਿਟੀ ਨੇ ਆਪਦੇ ਸਟਰਕਚਰਸ ਕ੍ਰੀਏਟ ਕੀਤੇ ਨੇ ਉਹਨਾਂ ਨੂੰ ਡਿਫੇਮ ਕੀਤਾ ਜਾਵੇ, ਉਹਨਾਂ ਨੂੰ ਭੰਡਿਆ ਜਾਵੇ। ਔਰ ਕੁਝ ਸਾਡੇ ਆਪਣੇ ਵੀ ਹੈਗੇ ਨੇ, ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਉਹ ਬੇਵਕੂਫ ਨੇ, ਉਹਨਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਆ। ਲੀਡਰਸ਼ਿਪ ਲੈਣ ਦੇ, ਅਟੈਂਸ਼ਨ ਲੈਣ ਦੇ ਹੋਰ ਵੀ ਤਰੀਕੇ ਬਹੁਤ ਨੇ, ਪਰ ਆਪਣੀ ਕਮਿਊਨਿਟੀ ਨੂੰ ਡਿਫੇਮ ਕਰਕੇ, ਆਪਣੀ ਕਮਿਊਨਿਟੀ ਦੇ ਜਿਹੜੇ ਮਤਲਬ ਹੈਗੇ ਪੈਰਾਂ ਦੇ ਵਿੱਚ ਕੁਹਾੜੇ ਮਾਰ ਕੇ ਜਿਹੜਾ ਆ ਉਹ ਤੁਹਾਨੂੰ ਕੋਈ ਕੁਛ ਨਹੀਂ ਮਿਲਣਾ। ਹਾਂ ਠੀਕ ਆ, ਥੋੜ੍ਹੀ ਬਹੁਤੀ ਵਾਹਵਾ ਦੋ ਚਾਰ ਹਰੇਕ ਥਾਂ ਦੇ ਉੱਤੇ ਕਮਿਊਨਿਟੀ 'ਚ ਲੋਕ ਹੁੰਦੇ ਨੇ ਜਿਹੜੇ ਕਿ ਨੈਗੇਟਿਵ ਏਜੰਡਾ ਹੁੰਦਾ ਉਹਨਾਂ ਦਾ। ਅਦਰਵਾਈਜ਼ ਦੇਖੋ ਜਿਹੜਾ ਇਹ ਕੰਟਰੀਜ਼ ਨੇ ਜਿਹੜੇ ਖਾਸ ਕਰਕੇ ਵੈਸਟ ਆ, ਇਟਸ ਬੇਸਡ ਔਨ ਸਟਰਕਚਰਸ। ਇੱਥੇ ਇੰਡੀਵਿਜੂਅਲ ਦਾ ਕੋਈ ਰੌਲਾ ਕੋਈ ਬੜੀ ਪੁੱਛਤਾਛ ਨਹੀਂ ਹੈਗੀ। ਜਿਹੜੇ ਸਾਡੇ ਕਮਿਊਨਿਟੀ ਦੇ ਸਟਰਕਚਰਸ ਨੇ ਉਹਨਾਂ ਨੇ ਕੰਮ ਆਉਣਾ ਆ ਜਦੋਂ ਵੀ ਸਾਨੂੰ ਲੋੜ ਪੈਣੀ ਆ। ਅਸੀਂ ਇਹ ਪਿੱਛੇ 9/11 ਤੋਂ ਬਾਅਦ ਵੀ ਦੇਖਿਆ ਆ, ਠੀਕ ਹੈ ਨਾ, ਜਦੋਂ ਸਿੱਖ ਕੌਕਸ ਬਣਾਇਆ ਆ। ਆਫਟਰ ਆਲ ਇਹ ਸਾਰਾ ਕੁਛ ਅਸੀਂ ਆਪਣੀ ਤਜਰਬੇ ਮੁਤਾਬਕ ਇਹ ਸੋਚ ਕੇ ਬਣਾਇਆ ਕਿ ਜਦੋਂ ਵੀ ਸਾਡੀ ਕਮਿਊਨਿਟੀ ਨੂੰ ਲੋੜ ਪਵੇ, ਸਾਡੇ ਸਟਰਕਚਰਸ ਹੋਣ ਜਿਹੜੇ ਸਾਡੇ ਰਾਈਟਸ ਨੇ, ਸਾਡੇ ਜਿਹੜੇ ਹੱਕ ਨੇ ਉਹਨਾਂ ਨੂੰ ਪ੍ਰੋਟੈਕਟ ਕਰ ਸਕਣ। ਆਪਣੀ ਕਮਿਊਨਿਟੀ ਦੇ ਜਿਹੜੇ US ਵਿੱਚ ਕਰ ਸਕਦੇ ਨੇ, US 'ਚ ਕਰਨ, ਜਿਹੜੇ ਕੈਨੇਡਾ 'ਚ ਕਰ ਸਕਦੇ ਨੇ ਕੈਨੇਡਾ 'ਚ ਕਰਨ, ਜਾਂ ਹੋਰ ਕੰਟਰੀਜ਼ ਦੇ ਵਿੱਚ ਜਿੱਥੇ ਬੈਠੇ ਨੇ। ਬੀਇੰਗ ਅ ਗਲੋਬਲ ਕਮਿਊਨਿਟੀ ਸਾਡੇ ਕੋਲ ਇਹ ਐਡਵਾਂਟੇਜ ਆ ਇਹ ਕਿ ਸਾਡੇ ਹੁਣ ਲੋਕ ਸਾਰੀ ਦੁਨੀਆ 'ਚ ਬੈਠੇ ਨੇ, ਉਹ ਆਪਦੇ ਵਾਇਬਲ ਪੋਲੀਟੀਕਲ ਸਟਰਕਚਰ ਖੜੇ ਕਰਨ, ਆਪਣੀ ਜਿਹੜੀ ਨੈਕਸਟ ਜਨਰੇਸ਼ਨ ਆ ਉਹਨੂੰ ਉਹਨਾਂ ਸਟਰਕਚਰਸ ਦੇ ਵਿੱਚ ਇਨਫਿਊਜ਼ ਕਰਨ, ਤਾਂ ਕਿ ਅਸੀਂ ਜਿਹੜੀ ਸਾਡੀ ਫਿਊਚਰ ਆ, ਨਾਟ ਜਸਟ ਹੀਅਰ ਪਰ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੇ ਸਿੱਖ ਵੱਜਦੇ ਨੇ, ਅਫਗਾਨਿਸਤਾਨ 'ਚ, ਪਾਕਿਸਤਾਨ 'ਚ, ਮਲੇਸ਼ੀਆ 'ਚ, ਜਿੱਥੇ ਵੀ ਕਿਤੇ ਉਹਨਾਂ ਨੂੰ ਲੋੜ ਪੈਂਦੀ ਆ, ਉਹ ਸਟਰਕਚਰਸ ਨੇ ਜਿਹੜੇ ਉਹਨਾਂ ਦੀ ਪ੍ਰੋਟੈਕਸ਼ਨ 'ਤੇ ਆ ਸਕਣ। ਜੀ ਯਾਦਵਿੰਦਰ ਜੀ, ਇੱਕ ਡੈਫੀਨੇਟਲੀ ਤੁਸੀਂ ਹਰ ਵਾਰੀ ਇਨਸਾਈਟਫੁਲ ਥਾਟਸ ਔਰ ਇਨਸਾਈਟਸ ਜਿਹੜੀਆਂ ਨੇ ਉਹ ਚੰਗੀਆਂ ਦਿੰਦੇ ਹੋ, ਔਰ ਧੰਨਵਾਦ। ਸਾਨੂੰ ਸਾਡੇ ਵਿਊਅਰਸ ਨੇ ਵੀ ਇਹ ਗੱਲ ਬਹੁਤ ਦੱਸੀ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇਸ ਗੱਲ ਨੂੰ ਸਮਝਾਉਂਦੇ ਹੋ, ਜਿਵੇਂ ਸਿੱਖ ਕੌਕਸ ਜਾਂ ਸਿੱਖ ਕਾਂਗਰੈਸ਼ੀਅਲ ਕੌਕਸ ਦੀ ਗੱਲ ਕੀਤੀ ਹੈ, ਤਾਂ ਉਹ ਵੀ ਇੱਕ ਤੁਸੀਂ ਬੜੇ ਸੋਹਣੇ ਢੰਗ ਦੇ ਨਾਲ ਇਸ ਨੂੰ ਦੱਸਿਆ। ਬਿਕੋਜ਼ ਐਜ਼ ਅ ਲੇਮੈਨ ਬਹੁਤ ਸਾਰੇ ਸਵਾਲ, ਕਨਫਿਊਜ਼ਨਸ ਜਿਹੜੀਆਂ ਨੇ ਉਹ ਮਨਾਂ ਦੇ ਵਿੱਚ ਆ ਰਹੀਆਂ ਸੀਗੀਆਂ ਆਫਟਰ ਜਿਹੜੀ ਆਪਾਂ ਨਿਊਜ਼ ਜਿਹੜੀ ਹੈ ਰੀਸੈਂਟਲੀ ਡਿਸਕਸ ਕੀਤੀ। ਤੁਸੀਂ ਇਹ ਗੱਲ ਬਹੁਤ ਖੂਬਸੂਰਤੀ ਦੇ ਨਾਲ ਵੀ ਕਹੀ ਕਿ ਭਾਵੇਂ ਜਿਹੜੇ ਸਟਰਕਚਰਸ ਹੈ ਹੁਣ ਇਸ ਵੇਲੇ ਸਟਰੋਂਗ ਕਰਨ ਦੀ ਲੋੜ ਹੈ ਪੰਜਾਬੀ ਡਾਇਸਪੋਰਾ ਨੂੰ, ਔਰ ਇਸੇ ਕਰਕੇ ਭਾਵੇਂ ਜਿਹੜੀ ਗੱਲ ਟੂਲ ਕਿਟ ਦੀ ਹੋਈ ਸੀਗੀ ਉਹ ਵੀ ਇੱਕ ਸਟਰਕਚਰ ਵਜੋਂ ਹੀ ਨਿਕਲ ਕੇ ਸਾਹਮਣੇ ਆਈ ਸੀ। ਔਰ ਜੇ ਗੱਲ ਸਿੱਖ ਕੌਕਸ ਦੀ ਹੈ, ਭਾਵੇਂ ਸਿੱਖ ਇਸ਼ੂਜ਼ ਨੇ, ਕਿਸ ਤਰੀਕੇ ਦੇ ਨਾਲ ਵੋਕਲ ਹੋਣ ਦੀ ਲੋੜ ਹੈ, ਔਰ ਇਸ ਤਰੀਕੇ ਦੀ ਜਿਹੜੀ ਕੌਕਸਿਸ ਨੇ ਉਹ ਸਾਡੇ ਇਸ਼ੂਜ਼ ਨੂੰ ਕਿਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਅਟੈਂਸ਼ਨ ਦਿਵਾ ਸਕਦੀਆਂ ਨੇ ਤੇ ਇੰਡੀਅਨ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾ ਸਕਦੀਆਂ ਨੇ। ਤਾਂ ਔਰ ਸਾਡੇ ਸਿੱਖ ਜਿੱਥੇ ਵੀ ਪੂਰੀ
ਪੂਰੀ ਦੁਨੀਆ ਦੇ ਵਿੱਚ ਵਸਦੇ ਨੇ ਉਹਨਾਂ ਦੇ ਇਸ਼ੂਜ਼ ਨੂੰ ਪ੍ਰੋਟੈਕਟ ਕਰ ਸਕਦੇ ਨੇ, ਉਹਨਾਂ ਨੂੰ ਪ੍ਰੋਟੈਕਟ ਕਰ ਸਕਦੇ ਨੇ। ਫਿਲਹਾਲ ਅੱਜ ਦੇ ਲਈ ਬਸ ਇੰਨਾ ਹੀ। ਅਗਲੇ ਹਫਤੇ ਤੁਹਾਡੇ ਨਾਲ ਫੇਰ ਮੁਲਾਕਾਤ ਕਰਾਂਗੇ। ਸਾਨੂੰ ਆਪਣਾ ਫੀਡਬੈਕ ਸੁਜੈਸ਼ਨ ਜ਼ਰੂਰ ਦਿੰਦੇ ਰਹੋ। ਸਾਨੂੰ ਦੋਨਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।